ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਹੀ ਸਾਗੂ ਐਜੂਕੇਸ਼ਨ ਦੇ ਵਿੱਚ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਤੁਹਾਡਾ ATT ਦਾ ਜਿਹੜਾ ਪੇਪਰ ਹੋ ਰਿਹਾ ਉਸ ਦੇ ਵਿੱਚ ਪੰਜਾਬੀ ਦੇ ਵੀ ਸਵਾਲ ਆ ਰਹੇ ਆ ਤੁਹਾਨੂੰ। ਪਿਛਲੇ ਪੇਪਰਾਂ ਨੂੰ ਆਪਾਂ ਦੇਖੀਏ HT CST ਦੇ ਜਿਹੜੇ ਪੇਪਰ, ਕਿਉਂਕਿ ਤੁਹਾਡਾ ਜੋ ਪੇਪਰ ਹੋ ਰਿਹਾ ਇਹ ਪਹਿਲੀ ਵਾਰ ਹੀ ਹੋ ਰਿਹਾ, ਇਸ ਤੋਂ ਪਹਿਲਾਂ ਇਹ ਪੇਪਰ ਨਹੀਂ ਹੋਇਆ। ਉਹਨਾਂ ਪੇਪਰਾਂ ਨੂੰ ਜੇਕਰ ਆਪਾਂ ਦੇਖੀਏ ਤਾਂ ਅੱਜ ਜਿਹੜੀ ਆਪਾਂ ਵੀਡੀਓ ਕਰ ਰਹੇ ਹਾਂ ਤਾਂ ਲਗਭਗ ਤੁਹਾਡੇ ਪੇਪਰ ਦੇ 5 6 7 ਜਾਂ 10 ਦੇ ਨੇੜ ਤੇੜ, ਠੀਕ ਹੈ, 5 ਦੇ ਲਗਭਗ ਮੰਨ ਕੇ ਚੱਲੋ ਕਿ ਪ੍ਰਸ਼ਨ ਇਸ ਵੀਡੀਓ ਵਿੱਚੋਂ ਆਪਾਂ ਨੂੰ ਆ ਜਾਣਗੇ। ਜੇਕਰ HT CST ਵਾਲੇ ਜਿਹੜੇ ਪੇਪਰ ਹੋਇਆ ਉਸ ਦੇ ਤਰ੍ਹਾਂ ਤੁਹਾਡਾ ਪੇਪਰ ਆਉਂਦਾ, ਕਿਉਂਕਿ ਉਹ ਵੀ 12ਵੀਂ ਜਮਾਤ ਤੱਕ ਹੀ ਆਇਆ ਸੀ ਸਿਲੇਬਸ ਵਿੱਚੋਂ, ਅਤੇ ਤੁਹਾਨੂੰ ਵੀ ਪੰਜਾਬੀ 12ਵੀਂ ਜਮਾਤ ਤੱਕ ਆਉਣੀ ਹੈ। ਮਾਸਟਰ ਕੇਡਰ ਵਾਲੇ ਵੀ ਇਹ ਵੀਡੀਓ ਜੇਕਰ ਦੇਖ ਰਹੇ ਆ ਤਾਂ ਤੁਸੀਂ ਆਪਣਾ ਜਿਹੜਾ ਸਿਲੇਬਸ ਦੇ ਵਿੱਚ ਤੁਹਾਨੂੰ ਲੇਖਕ ਦੱਸਿਆ ਗਿਆ ਉਸ ਦੀ ਰਚਨਾ ਦੇ ਵੱਲ ਥੋੜ੍ਹਾ ਜਿਹਾ ਧਿਆਨ ਦੇ ਲੈਣਾ। ਅਤੇ ਜਿਹੜੇ ATT ਵਾਲੇ ਆ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਕੋਈ ਵੀ ਸਵਾਲ ਜਿਹੜਾ ਮੇਰੇ ਹਿਸਾਬ ਨਾਲ ਪੁੱਛਿਆ ਜਾ ਸਕਦਾ। ਅਤੇ ਇਹ ਚੀਜ਼ ਮੈਂ ਨੋਟ ਕਰੀ ਹੈ ਕਿ ਵਿਦਿਆਰਥੀ ਅਕਸਰ ਹੀ ਕਿਤਾਬਾਂ ਦਾ ਜਿਹੜਾ ਪਹਿਲਾ ਪੇਜ ਆ ਉਹਨੂੰ ਛੱਡ ਦਿੰਦੇ ਆ, ਅਤੇ ਆਪਾਂ ਅੱਜ 6ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੀਆਂ ਸਾਰੀਆਂ ਜਿਹੜੀਆਂ ਕਿਤਾਬਾਂ ਲੱਗੀਆਂ ਹੋਈਆਂ ਉਹਨਾਂ ਦੇ ਪਹਿਲੇ ਪੇਜ ਦੇ ਬਾਰੇ ਚਰਚਾ ਕਰਨੀ ਆ। 5ਵੀਂ ਜਮਾਤ ਦੀ ਇਹਦੇ ਵਿੱਚ ਆਪਾਂ ਕਿਤਾਬ ਨਹੀਂ ਲਈ, ਉਸ ਨੂੰ ਤੁਸੀਂ ਜ਼ਰੂਰ ਦੇਖ ਲੈਣਾ, ਕਿਉਂਕਿ ਤੁਸੀਂ ਪੜ੍ਹਾਉਣਾ 5ਵੀਂ ਜਮਾਤ ਨੂੰ ਹੀ ਅੱਗੇ ਜਾ ਕੇ, ਠੀਕ ਹੈ। ਤਾਂ ਕਰਦੇ ਆਪਾਂ ਸ਼ੁਰੂ। ਸਭ ਤੋਂ ਪਹਿਲਾਂ ਸਾਡੇ ਕੋਲ ਕਿਤਾਬ ਹੈ 6ਵੀਂ ਜਮਾਤ ਦੀ, ਜਿਹਦੇ ਵਿੱਚ ਸਭ ਤੋਂ ਪਹਿਲੇ ਨੰਬਰ 'ਤੇ ਹੈ ਕਵਿਤਾ ਤਿਰੰਗਾ ਕਵਿਤਾ ਹੈ। ਇਹ ਹੈ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ। ਅਤੇ ਅਗਲਾ ਕਹਾਣੀ ਅੱਗੇ ਆਪਣੇ ਥਾਂ ਸਾਰੇ ਚੰਗੇ, ਇਹ ਹੈ ਕਹਾਣੀ ਅੰਮ੍ਰਿਤਾ ਪ੍ਰੀਤਮ ਦੀ। ਕਵਿਤਾ ਯਾਦ ਰੱਖਣਾ, ਜੋ ਯਾਦ ਰੱਖਣ ਵਾਲੀ ਚੀਜ਼ ਤੁਹਾਨੂੰ ਉਹੀ ਦੱਸਾਂਗਾ। ਦੇਸ਼ ਪੰਜਾਬ, ਫਿਰੋਜ਼ਦੀਨ ਦੇਸ਼ ਭਗਤੀ ਵਾਲਾ ਇੱਕ ਜਿਹੜਾ ਪੰਜਾਬੀ ਭਾਸ਼ਾ ਨੂੰ ਪਿਆਰ ਕਰਨ ਵਾਲਾ ਲੇਖਕ ਹੈ। ਨਾਮ ਤੋਂ ਥੋੜ੍ਹਾ ਜਿਹਾ ਅੰਦਾਜ਼ਾ ਲਗਾ ਲੈਣਾ। ਇੱਕ ਧਨੀ ਰਾਮ ਚਾਤਰਿਕ ਹੋ ਗਿਆ ਆਪਣੇ, ਅਤੇ ਪ੍ਰੋਫੈਸਰ ਪੂਰਨ ਸਿੰਘ, ਇਹਨਾਂ ਦੇ ਨਾਮ ਦੇ ਵਿੱਚ ਤੁਸੀਂ ਉਲਝ ਸਕਦੇ ਹੋ ਥੋੜ੍ਹਾ ਬਹੁਤ, ਠੀਕ ਹੈ, ਉਹ ਨਾ ਉਲਝ ਜਾਣਾ। ਫਿਰੋਜ਼ਦੀਨ ਦੀ ਕਵਿਤਾ ਹੈ ਦੇਸ਼ ਪੰਜਾਬ। ਅੱਗੇ ਹੈ ਧਨੀ ਰਾਮ ਚਾਤਰਿਕ ਦੀ ਕਵਿਤਾ ਬਸੰਤ। ਪੁੱਛਿਆ ਜਾ ਸਕਦਾ ਬਸੰਤ ਕਵਿਤਾ ਕਿਸ ਦੀ ਹੈ? ਧਨੀ ਰਾਮ ਚਾਤਰਿਕ ਦੀ ਕਵਿਤਾ। ਸੁਖਦੇਵ ਮਾਦਪੁਰੀ ਨੇ ਖੇਡਾਂ ਦੇ ਉੱਪਰ ਵੀ ਬਹੁਤ ਜ਼ਿਆਦਾ ਕੰਮ ਕੀਤਾ, ਅਤੇ ਲੋਕ ਨਾਚ ਆ ਜਿਹੜੇ ਉਹਨਾਂ ਦੇ ਉੱਪਰ ਵੀ ਬਹੁਤ ਸਾਰੀਆਂ ਕਿਤਾਬਾਂ ਲਿਖੀਆਂ। ਮਿੱਟੀ ਦਾ ਮਾਧੋ, ਅਤੇ ਉੱਥੋਂ ਯਾਦ ਕਰ ਲੈਣਾ ਕਿ ਮਿੱਟੀ ਦਾ ਮਾਧੋ ਆ ਜਿਹੜਾ ਉਹ ਬਣਾ ਕੇ ਖੇਡਦੇ ਆ, ਠੀਕ ਹੈ, ਅਤੇ ਇਹਨਾਂ ਦਾ ਨਾਮ ਹੈ ਮਿੱਟੀ ਦੇ ਮਾਧੋ ਵਾਲਾ ਮਾਦਪੁਰੀ, ਅਤੇ ਖੇਡਾਂ ਨਾਲ ਸੰਬੰਧਿਤ ਹੈ। ਥਾਲ ਖੇਡ ਦਾ ਇਹਨਾਂ ਨੇ ਜ਼ਿਕਰ ਕੀਤਾ, ਥਾਲ ਖੇਡ ਹੈ ਜੋ ਇਹ ਹੈ ਸੁਖਦੇਵ ਮਾਦਪੁਰੀ, ਠੀਕ ਹੈ। ਹੋਰ ਵੀ ਆ ਸਕਦਾ ਖੇਡਾਂ ਨਾਲ ਸੰਬੰਧਿਤ, ਠੀਕ ਹੈ। 12ਵੀਂ ਜਮਾਤ ਵਿੱਚ ਵੀ ਆਪਾਂ ਦੇਖਾਂਗੇ ਸੁਖਦੇਵ ਮਾਦਪੁਰੀ ਦਾ। ਲੋਕ ਨਾਚ ਆ ਜਿਹੜੇ ਉਹ ਵੀ ਸੁਖਦੇਵ ਮਾਦਪੁਰੀ ਦੇ ਆਪਾਂ ਨੂੰ ਲੇਖ ਮਿਲ ਸਕਦੇ ਆ। ਥੋੜ੍ਹਾ ਜਿਹਾ ਧਿਆਨ ਦੇ ਲਵੋ ਇਸ ਪ੍ਰਸ਼ਨ ਦੇ ਉੱਪਰ। ਥਾਲ ਖੇਡ ਬਾਰੇ ਲੇਖ ਲਿਖਿਆ ਹੈ ਸੁਖਦੇਵ ਮਾਦਪੁਰੀ। ਇਹ ਲੇਖ ਕਾਫੀ ਵੱਡੇ ਆ, ਬੱਚਿਆਂ ਨੂੰ ਵਿੱਚੋਂ ਛਾਂਟ ਕੇ ਉਹਨਾਂ ਦੇ ਕੰਮ ਦੀ ਸੌਖੀ ਜਾਣਕਾਰੀ ਦਿੱਤੀ ਹੁੰਦੀ ਹੈ। ਅੱਗੇ ਹੈ ਦਾਤੇ। ਇਹ ਕਹਾਣੀ ਯਾਦ ਰੱਖਣਾ, ਦਾਤੇ, ਇਹ ਹੈ ਕੁਲਵੰਤ ਸਿੰਘ ਵਿਰਕ ਦੀ ਕਹਾਣੀ। ਦਾਤੇ 6ਵੀਂ ਜਮਾਤ ਦੇ ਵਿੱਚ ਦਾਤੇ ਕਹਾਣੀ ਹੈ ਕੁਲਵੰਤ ਸਿੰਘ ਵਿਰਕ ਦੀ। ਪਹਿਲ ਕਵਿਤਾ ਹੈ ਚਰਨ ਸਿੰਘ ਸ਼ਹੀਦ ਦੀ, ਹਾਸ ਰਸ ਵਾਲੀ ਕਵਿਤਾ। ਅੱਗੇ ਹੈ ਵਿਸਾਖੀ ਦਾ ਮੇਲਾ। ਮਾਨ ਸਿੰਘ ਹਕੀਰ ਦੀ ਕਵਿਤਾ ਵਿਸਾਖੀ ਦਾ ਮੇਲਾ। ਅੱਗੇ ਚਲੇ ਜਾਓ, ਠੀਕ ਹੈ, ਇਹ ਤੁਸੀਂ ਆਪ ਵੀ ਦੇਖ ਲੈਣਾ ਵੀ। ਅੱਗੇ ਕਹਾਣੀ ਆ ਮੋਤੀ, ਜੋ ਮੋਤੀ ਕਹਾਣੀ ਬੱਚੇ ਬੜੇ ਚਾਅ ਨਾਲ ਪੜ੍ਹਦੇ ਆ। ਮੋਤੀ ਕਹਾਣੀ, ਠੀਕ ਹੈ, ਇਹ ਇੱਕ ਕੁੱਤੇ ਦੀ ਕਹਾਣੀ ਆ ਮੋਤੀ, ਕਤੂਰੇ ਦੀ। ਪ੍ਰਿੰਸੀਪਲ ਸੁਜਾਨ ਸਿੰਘ ਦੀ ਕਹਾਣੀ ਆ ਮੋਤੀ। ਅੱਗੇ ਹੈ ਮਾਂ ਦਾ ਪਿਆਰ ਕਵਿਤਾ ਅੰਮ੍ਰਿਤਾ ਪ੍ਰੀਤਮ। ਮਾਂ ਦਾ ਪਿਆਰ ਕਵਿਤਾ ਹੈ ਅੰਮ੍ਰਿਤਾ ਪ੍ਰੀਤਮ ਦੀ, ਇਹ ਯਾਦ ਰੱਖਣਾ। ਅੱਗੇ ਹੈ ਬਾਲ ਖੇਡਾਂ। ਇਹ ਕਵਿਤਾ ਹੈ ਮੋਹਨ ਸਿੰਘ ਦਾਊ ਦੀ। ਗੁਰਬਾਗ ਸਿੰਘ ਪ੍ਰੀਤਲੜੀ ਦਾ ਲੇਖ ਹੈ ਮੇਰੇ ਦਾਦੀ ਜੀ। ਇਸ ਦਾ ਤਾਂ ਚਲੋ ਚਾਹੇ ਨਾ ਵੀ ਯਾਦ ਰੱਖਣਾ, ਅਗਲੀ ਕਹਾਣੀ ਯਾਦ ਰੱਖ ਲੈਣਾ ਜੋ ਬਹੁਤ ਵਾਰ ਪੁੱਛੀ ਗਈ ਹੈ, ਸ਼ੇਰਨੀਆਂ। ਵੱਡੇ ਪੇਪਰਾਂ ਵਿੱਚ ਵੀ ਕਈ ਵਾਰ ਪੁੱਛੀ ਜਾਂਦੀ ਹੈ। ਸ਼ੇਰਨੀਆਂ ਜੋ ਕਹਾਣੀ ਹੈ ਇਹ ਕੁਲਵੰਤ ਸਿੰਘ ਵਿਰਕ ਦੀ ਕਹਾਣੀ ਹੈ। ਉੱਪਰ ਵੀ ਆਪਾਂ ਕਰਕੇ ਆਏ ਹਾਂ ਕੁਲਵੰਤ ਸਿੰਘ ਵਿਰਕ ਦੀ ਕਹਾਣੀ, ਅਤੇ ਹੁਣ ਆਪਾਂ ਕਰ ਰਹੇ ਹਾਂ ਸ਼ੇਰਨੀਆਂ ਕਹਾਣੀ 7ਵੀਂ ਜਮਾਤ ਦੇ ਵਿੱਚ ਜੋ ਹੈ ਕੁਲਵੰਤ ਸਿੰਘ ਵਿਰਕ ਦੀ।
ਅੱਗੇ ਦੇਖ ਲਵੋ, ਸੌਣ ਕਵਿਤਾ ਹੈ ਧਨੀ ਰਾਮ ਚਾਤਰਿਕ ਦੀ। ਸੌਣ ਮਹੀਨੇ ਦੇ ਉੱਪਰ ਕਵਿਤਾ ਧਨੀ ਰਾਮ ਚਾਤਰਿਕ। ਤੇ ਅੱਗੇ ਹੈ ਲਾਲਾ ਲਾਜਪਤ ਰਾਏ ਜੀਵਨੀ, ਇਹ ਹੈ ਬਲਵੰਤ ਗਾਰਗੀ। ਅੱਗੇ ਹੈ ਯਾਦ ਰੱਖਣ ਵਾਲੀ ਚੀਜ਼ ਜੋ ਤੁਹਾਡੇ ਜਾਗੋ, ਇਹ ਲੇਖ ਲਿਖਿਆ ਹੈ ਕਿਰਪਾਲ ਕਜ਼ਾਕ ਨੇ। ਜਾਗੋ ਲੇਖ ਹੈ ਕਿਰਪਾਲ ਕਜ਼ਾਕ ਦਾ। ਬਾਕੀ ਵੀ ਤੁਸੀਂ ਜ਼ਰੂਰ ਦੇਖਣਾ। ਅੱਗੇ ਆ ਗਿਆ ਆਪਣਾ ਜੈ ਭਾਰਤ ਮਾਤਾ, ਠੀਕ ਹੈ। ਇਹ ਕਵਿਤਾ ਹੈ ਸ਼ਿਵ ਕੁਮਾਰ ਬਟਾਲਵੀ ਦੀ। ਪੇਮੀ ਦੇ ਨਿਆਣੇ ਯਾਦ ਰੱਖਣਾ, ਪ੍ਰਿੰਸੀਪਲ ਸੰਤ ਸਿੰਘ ਸੇਖੋਂ ਦੀ ਕਹਾਣੀ ਆ ਪੇਮੀ ਦੇ ਨਿਆਣੇ। ਬਹੁਤ ਵਾਰ ਪੁੱਛੀ ਗਈ ਹੈ, ਇਸ ਵਾਰ ਵੀ ਪੁੱਛੀ ਜਾ ਸਕਦੀ ਹੈ। ਤੁਹਾਨੂੰ ਪਹਿਲੀ ਵਾਰ ਇਹ ਪੇਪਰ ਹੋ ਰਿਹਾ, ਜ਼ਿਆਦਾ ਔਖਾ ਨਹੀਂ ਹੋਵੇਗਾ ਮੇਰੇ ਹਿਸਾਬ ਨਾਲ। ਜੇਕਰ ਪਹਿਲੇ ਪੇਜ ਤੋਂ ਕੋਈ ਨਾ ਕੋਈ ਚੀਜ਼ ਪੁੱਛਦੇ ਵੀ ਆ ਤਾਂ ਪੇਮੀ ਦੇ ਨਿਆਣੇ, ਪ੍ਰਿੰਸੀਪਲ ਸੰਤ ਸਿੰਘ ਸੇਖੋਂ। ਅੱਗੇ ਹੈ ਆਪਣਾ ਪੰਜਾਬ ਕਵਿਤਾ। ਪੰਜਾਬ ਕਵਿਤਾ ਹੈ ਧਨੀ ਰਾਮ ਚਾਤਰਿਕ। ਅੱਗੇ ਹੈ ਫਿਰ ਦੇਖੋ ਪੰਜਾਬੀ ਲੋਕ ਨਾਚ ਗਿੱਧਾ, ਲੋਕ ਨਾਚ ਦੇ ਨਾਲ ਸੰਬੰਧਿਤ ਸੁਖਦੇਵ ਮਾਦਪੁਰੀ, ਖੇਡਾਂ ਨਾਲ ਸੰਬੰਧਿਤ ਕੀਤਾ ਆਪਾਂ ਸੁਖਦੇਵ ਮਾਦਪੁਰੀ। ਅੱਗੇ ਹੈ ਅਮੜੀ ਦਾ ਵਿਹੜਾ, ਇਹ ਕਵਿਤਾ ਹੈ ਅੰਮ੍ਰਿਤਾ ਪ੍ਰੀਤਮ ਦੀ। ਅਮੜੀ ਦਾ ਵਿਹੜਾ, ਠੀਕ ਹੈ, ਅੰਮ੍ਰਿਤਾ ਪ੍ਰੀਤਮ। ਅੱਗੇ ਦੇਖੋ ਛੱਲੀਆਂ ਦੇ ਰਾਖੇ ਕਹਾਣੀ ਹੈ ਗੁਰਮੀਤ ਸਿੰਘ ਵੈਦਵਾਨ, ਛੱਲੀਆਂ ਦੇ ਰਾਖੇ, ਠੀਕ ਹੈ, ਡਾਕਟਰ ਗੁਰਮੀਤ ਸਿੰਘ ਵੈਦਵਾਨ। ਅੱਗੇ ਹੈ ਭੂਆ ਕਹਾਣੀ, ਜੋ ਤੁਹਾਨੂੰ ਪੁੱਛੀ ਜਾਵੇਗੀ ਹੀ ਮੇਰੇ ਹਿਸਾਬ ਨਾਲ। ਨਾਨਕ ਸਿੰਘ ਦੀ ਕਹਾਣੀ ਹੈ ਭੂਆ। ਰੱਬ ਦੀ ਪੌੜੀ ਸਫ਼ਰਨਾਮਾ ਬਲਵੰਤ ਗਾਰਗੀ, ਉਸ ਦਾ ਸਫ਼ਰਨਾਮੇ ਦੇ ਵਿੱਚੋਂ ਇਹ ਚੀਜ਼ ਲਈ ਗਈ ਹੈ, ਰੱਬ ਦੀ ਪੌੜੀ ਬਲਵੰਤ ਗਾਰਗੀ, ਠੀਕ ਹੈ। ਗੱਗੂ ਕਹਾਣੀ ਯਾਦ ਰੱਖ ਲੈਣਾ, ਬੱਚੇ ਬੜੇ ਚਾਅ ਨਾਲ ਪੜ੍ਹਦੇ ਆ। ਗੱਗੂ ਕਹਾਣੀ ਇਹ ਹੈ ਕੋਮਲ ਸਿੰਘ ਦੀ ਕਹਾਣੀ ਬਈ, ਗੱਗੂ ਕਹਾਣੀ ਕੋਮਲ ਸਿੰਘ। ETT ਵਾਲਿਆਂ ਨੇ ਯਾਦ ਰੱਖਣਾ, ਜਿਹੜੇ ਮਾਸਟਰ ਕੇਡਰ ਵਾਲੇ ਆ ਉਹਨਾਂ ਨੇ ਆਪਣਾ ਜਿਹੜਾ ਸੰਬੰਧਿਤ ਲੇਖ ਹੈ ਉਸ ਦੀ ਰਚਨਾ ਨੂੰ ਯਾਦ ਕਰ ਲੈਣਾ। ਇੱਕ ਹੋਰ ਨਵਾਂ ਸਾਲ ਮਾਸਟਰ ਕੇਡਰ ਵਾਲਿਆਂ ਨੇ ਧਿਆਨ ਵਿੱਚ ਰੱਖਣਾ, ਨਿਰੰਜਨ ਤਸਨੀਮ ਦਾ ਇਹ ਜਿਹੜਾ ਨਾਵਲ ਹੈ 9ਵੀਂ 10ਵੀਂ ਜਮਾਤ ਦੇ ਵਿੱਚ ਲੱਗਿਆ ਹੋਇਆ। 9ਵੀਂ ਦੇ ਵਿੱਚ ਇਹਦੇ ਪ੍ਰਸ਼ਨ ਉੱਤਰ ਕਰੀਦੇ ਆ ਅਤੇ 10ਵੀਂ ਦੇ ਵਿੱਚ ਇਹਦੇ ਪਾਤਰ ਕਰੀਦੇ ਆ। ਅੱਗੇ ਕਵਿਤਾਵਾਂ ਯਾਦ ਕਰ ਲਵੋ ਭਾਈ ਵੀਰ ਸਿੰਘ ਦੀਆਂ। ਸਮਾਂ ਕਵਿਤਾ ਬਹੁਤ ਵਾਰ ਪੁੱਛੀ ਗਈ ਹੈ, ਕਿਸ ਦੀ ਕਵਿਤਾ? ਇਹ ਭਾਈ ਵੀਰ ਸਿੰਘ ਦੀ ਛੋਟੀ ਕਵਿਤਾ, ਨਿੱਕੀ ਕਵਿਤਾ। ਅੱਗੇ ਹੈ ਬਿਨਫਸ਼ਾਂ ਦਾ ਫੁੱਲ, ਇਹ ਵੀ ਇਹਨਾਂ ਦੀ ਛੋਟੀ ਕਵਿਤਾ ਭਾਈ ਵੀਰ ਸਿੰਘ ਦੀ। ਅਤੇ ਟੁਕੜੀ ਜੱਗ ਤੋਂ ਨਿਆਰੀ, ਇਹਦੀਆਂ 17 ਵੀ ਆ ਸਕਦੀਆਂ ਤੁਹਾਨੂੰ, ਭਾਈ ਵੀਰ ਸਿੰਘ। ਅੱਗੇ ਹੈ ਧਨੀ ਰਾਮ ਚਾਤਰਿਕ, ਵਿਸਾਖੀ ਦਾ ਮੇਲਾ ਇਹਨਾਂ ਦੀ ਕਵਿਤਾ ਹੈ। ਬਹੁਤ ਵਾਰ ਤੁਸੀਂ ਟੈਟ ਦੇ ਪੇਪਰ ਵਿੱਚ ਦੇਖਿਆ ਹੋਵੇਗਾ ਕਿ ਕਵਿਤਾ ਦੀਆਂ 17 ਆਉਂਦੀਆਂ, ਉਹ ਇਹਨਾਂ ਹੀ 4 ਲੇਖਕਾਂ ਦੀਆਂ ਆਉਂਦੀਆਂ ਰਹੀਆਂ ਹਮੇਸ਼ਾ, ਅਤੇ ਹੁਣ ਵੀ ਤੁਹਾਨੂੰ ਸਾਹਮਣਾ ਇਹਨਾਂ ਹੀ ਲੇਖਕਾਂ ਦਾ ਕਰਨਾ ਪਵੇਗਾ। ਭਾਈ ਵੀਰ ਸਿੰਘ, ਪ੍ਰੋਫੈਸਰ ਪੂਰਨ ਸਿੰਘ, ਮੋਹਨ ਸਿੰਘ ਅਤੇ ਅੰਮ੍ਰਿਤਾ ਪ੍ਰੀਤਮ, ਅਤੇ ਇੱਕ ਧਨੀ ਰਾਮ ਚਾਤਰਿਕ। ਇਸ ਤੋਂ ਬਾਹਰ ਅਜੇ ਤੱਕ ਕੋਈ ਕਵਿਤਾ ਆਈ ਨਹੀਂ, 17 ਆਈਆਂ ਨਹੀਂ, ਠੀਕ ਆ, ਕਦੇ ਵੀ। ਅੱਗੇ ਹੈ ਪ੍ਰੋਫੈਸਰ ਪੂਰਨ ਸਿੰਘ, ਜਵਾਨ ਪੰਜਾਬ ਦੇ, ਇਹਦੀਆਂ 17 ਬਹੁਤ ਵਾਰ ਆਉਂਦੀਆਂ ਰਹੀਆਂ, ਠੀਕ ਹੈ। ਜਵਾਨ ਪੰਜਾਬ ਦੇ, ਖੂਹ ਅਤੇ ਪੰਜਾਬ ਦੇ ਮਜ਼ਦੂਰ, ਅਤੇ ਚਰਨ ਸਿੰਘ ਸ਼ਹੀਦ ਦੀ ਕਵਿਤਾ ਯਾਦ ਰੱਖ ਲੈਣਾ, ਇੱਕ ਪਿਆਲਾ ਪਾਣੀ। ਦੀਵਾਨ ਸਿੰਘ ਕਾਲੇ ਪਾਣੀ, ਵਗਦੇ ਪਾਣੀ ਕਵਿਤਾ ਬਹੁਤ ਵਾਰ ਪੁੱਛੀ ਗਈ ਹੈ। ETT ਦੇ ਵਿੱਚ ਬਹੁਤ ਸਾਰੇ ਵਿਦਿਆਰਥੀ ਅਜਿਹੇ ਬੈਠਣਗੇ ਜਿਨ੍ਹਾਂ ਨੇ ਪੰਜਾਬੀ ਨਹੀਂ ਪੜ੍ਹੀ, ਅਜਿਹੇ ਵਿਦਿਆਰਥੀ ਮੈਥ ਕਰਨਗੇ ਜਿਨ੍ਹਾਂ ਨੇ ਮੈਥ ਨਹੀਂ ਰੱਖਿਆ ਹੋਇਆ ਸੀ, ਅਜਿਹੇ ਵਿਦਿਆਰਥੀ ਇੰਗਲਿਸ਼ ਕਰਨਗੇ ਜਿਨ੍ਹਾਂ ਨੇ ਇੰਗਲਿਸ਼ ਨਹੀਂ ਰੱਖੀ ਸੀ। ਇਸ ਕਰਕੇ ਤੁਹਾਨੂੰ ਥੋੜ੍ਹਾ ਜਿਹਾ ਵਾਰ-ਵਾਰ ਦੱਸ ਰਿਹਾ ਕਿ ਬਹੁਤੇ ਵਿਦਿਆਰਥੀ ਵੀਡੀਓ ਦੇਖ ਰਹੇ ਉਹਨਾਂ ਨੂੰ ਪੰਜਾਬੀ ਨਹੀਂ ਵੀ ਆਉਂਦੀ, ਮਤਲਬ ਪੰਜਾਬੀ ਆਉਂਦੀ ਆ, ਪੰਜਾਬੀ ਦੇ ਸਾਹਿਤ ਬਾਰੇ ਜ਼ਿਆਦਾ ਗਿਆਨ ਨਹੀਂ ਹੈ। ਅੱਗੇ ਹੈ ਮੈਂ ਪੰਜਾਬੀ ਅਤੇ ਮਾਂ ਦਾ ਦਿਲ। ਮਾਂ ਦਾ ਦਿਲ ਕਵਿਤਾ ਯਾਦ ਰੱਖਣਾ, ਫਿਰੋਜ਼ਦੀਨ ਸ਼ਰਫ ਦੀ ਕਵਿਤਾ, ਠੀਕ ਹੈ, ਫਿਰੋਜ਼ਦੀਨ ਸ਼ਰਫ। ਗੁਰਮੁਖ ਸਿੰਘ ਮੁਸਾਫਰ ਦੀ ਕਵਿਤਾ ਯਾਦ ਰੱਖਣਾ, ਕੀੜੀ। ਇਹ ਤੁਹਾਡੇ ਯਾਦ ਰਹੇਗਾ ਕਿਉਂਕਿ ਮੁਸਾਫਰ ਅਤੇ ਕੀੜੀ ਵੀ ਕਦੇ ਵੀ ਰੁਕਦੀ ਨਹੀਂ, ਹਮੇਸ਼ਾ ਜਿਵੇਂ ਮੁਸਾਫਰ ਸਫ਼ਰ ਕਰਦੇ ਰਹਿੰਦੇ ਆ, ਸਫ਼ਰ ਕਰਦੀ ਰਹਿੰਦੀ ਆ, ਉੱਥੋਂ ਯਾਦ ਕਰ ਲੈਣਾ ਕੀੜੀ ਸਫ਼ਰ ਕਰਦੀ ਰਹਿੰਦੀ ਹਮੇਸ਼ਾ, ਤਾਂ ਮੁਸਾਫਰ ਦੀ ਇਹ ਕਵਿਤਾ, ਠੀਕ ਹੈ, ਕੀੜੀ। ਅੱਗੇ ਜੋ ਕਵਿਤਾ ਯਾਦ ਰੱਖਣ ਵਾਲੀ ਹੈ ਉਹ ਹੈ ਨਵੀਂ ਪੁਰਾਣੀ ਤਹਿਜੀਬ। ਵਿਧਾਤਾ ਸਿੰਘ ਤੀਰ ਆ ਜੋ ਇਹਨਾਂ ਦੀ ਕਵਿਤਾ, ਨਵੀਂ ਪੁਰਾਣੀ ਤਹਿਜੀਬ।
ਇਹ ਨਵੀਂ ਪੁਰਾਣੀ ਤਹਿਜੀਬ ਜਿਹੜਾ ਅਸੀਂ ਪੱਛਮੀ ਸੱਭਿਆਚਾਰ ਹੈ, ਅੰਗਰੇਜ਼ੀ ਸਾਡੇ ਉੱਪਰ ਅਸੀਂ ਗਲ ਦੇ ਵਿੱਚ ਆਪਣੇ ਤਖਤੀ ਲਟਕਾ ਕੇ ਰੱਖਦੇ ਆ ਸੱਭਿਆਚਾਰ ਦੀ, ਉਸ ਬਾਰੇ ਜ਼ਿਕਰ ਕੀਤਾ ਵਿਧਾਤਾ ਸਿੰਘ ਤੀਰ ਨੇ। ਠੀਕ ਹੈ, ਤੀਰ ਚਲਾਇਆ ਸਾਡੇ ਉੱਪਰ ਕਿ ਤੁਸੀਂ ਕੀ ਕਰਦੇ ਫਿਰਦੇ ਹੋ। ਠੀਕ ਹੈ, ਨਵੀਂ ਪੁਰਾਣੀ ਤਹਿਜੀਬ ਦੇ ਵਿੱਚ। ਅਗਲੀ ਜਿਹੜੀ ਕਵਿਤਾ ਯਾਦ ਰੱਖਣ ਵਾਲੀ ਹੈ ਅਤੇ ਪੁੱਛੀ ਜਾ ਸਕਦੀ ਹੈ, ਸਤਰਾਂ ਆ ਸਕਦੀਆਂ, ਉਹ ਹੈ ਜੱਟੀਆਂ ਦਾ ਗੀਤ। ਇਹ ਹੈ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ ਜੱਟੀਆਂ ਦਾ ਗੀਤ। ਯਾਦ ਰੱਖਣਾ। ਠੀਕ ਹੈ, ਜੱਟੀਆਂ ਦਾ ਗੀਤ। ਤੇਰੀ ਘੋੜੀ ਦੇ ਗਲ ਚਾਂਦੀ ਦੇ ਘੁੰਗਰੂ, ਸਾਡੀਆਂ ਸੁਥਣਾ ਨੂੰ ਭਖੜਾ ਵੇਖੋ। ਜੱਟੀਆਂ ਦਾ ਗੀਤ ਮੋਹਨ ਸਿੰਘ। ਅਗਲੀ ਕਵਿਤਾ ਦੇਖੋ, ਨੰਦ ਲਾਲ ਨੂਰਪੁਰੀ, ਬਾਵਾ ਬਲਵੰਤ ਕੋਸ਼ਿਸ਼ ਦੇ ਵਿੱਚ ਹਾਂ। ਠੀਕ ਹੈ, ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਯਾਦ ਰੱਖਣਾ। ਤ੍ਰਿੰਜਣ ਕਵਿਤਾ ਲਿਖੀ ਹੈ ਅੰਮ੍ਰਿਤਾ ਪ੍ਰੀਤਮ ਅਤੇ ਐਦਨਾਮਾ ਸ਼ਿਵ ਕੁਮਾਰ ਬਟਾਲਵੀ। ਆਰਤੀ ਯਾਦ ਰੱਖੋ, ਆਰਤੀ ਇਹਨਾਂ ਦੀ ਕਵਿਤਾ ਜਿਹੜੀ, ਇਹ ਕਵਿਤਾ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਬਾਰੇ। ਅੱਗੇ ਦੇਖੋ ਧਿਆਨ ਦੇ ਨਾਲ, ਇੱਥੋਂ ਆ ਸਕਦੇ ਆ ਪ੍ਰਸ਼ਨ ਜਿਹੜੇ ਆ ਨਿਬੰਧ ਹੈ ਅਤੇ ਲੇਖ ਹੈ ਅਤੇ ਕਹਾਣੀਆਂ ਅਤੇ ਇਕਾਂਗੀਆਂ। ਇੱਥੋਂ ਜ਼ਰੂਰ ਸਵਾਲ ਆਵੇਗਾ। HT ਵਾਲੇ CHT ਵਾਲੇ ਪੇਪਰ ਚੱਕ ਕੇ ਦੇਖ ਲੈਣਾ, 10ਵੀਂ ਕਿਤਾਬ ਦੇ ਪਹਿਲੇ ਪੇਜ 'ਚੋਂ 3 ਸਵਾਲ ਆਏ ਹੋਏ ਆ। ਠੀਕ ਹੈ, ਅਤੇ ਇੱਥੋਂ ਵੀ ਆਏ ਹੋਏ ਆ। ਪੁਰਾਤਨ ਜਨਮ ਸਾਖੀ ਤਾਂ ਚਲੋ ਆਪਾਂ ਨੂੰ ਲੇਖਕ ਦਾ ਪਤਾ ਹੀ ਨਹੀਂ ਕੌਣ ਹੈ। ਅੱਗੇ ਹੈ ਗਲੀ ਵਿੱਚ, ਪੰਡਤ ਸ਼ਰਧਾ ਰਾਮ ਫਿਲੌਰੀ। ਗਲੀ ਵਿੱਚ, ਠੀਕ ਹੈ, ਜੇਕਰ ਤੁਹਾਨੂੰ ਪੁੱਛਿਆ ਵੀ ਗਿਆ, ਇਹ ਪੰਡਤ ਸ਼ਰਧਾ ਰਾਮ ਫਿਲੌਰੀ, ਇਹ ਵੀ ਮੁੱਢਲੇ ਵਾਰਤਕਕਾਰਾਂ ਵਿੱਚੋਂ ਪੰਜਾਬੀ ਦੇ ਸ਼ਰਧਾ ਰਾਮ ਫਿਲੌਰੀ, ਇਹਨਾਂ ਦਾ ਸਵਾਲ ਬਣਦਾ ਆਉਣਾ। ਠੀਕ ਹੈ, ਲਾਲਾ ਬਿਹਾਰੀ ਲਾਲਪੁਰੀ, ਇਹਨਾਂ ਦਾ ਸਮੇਂ ਦਾ ਅਰਗ ਅਤੇ ਵੱਡਿਆਂ ਦਾ ਆਦਰ ਨਿਬੰਧ ਮਿਲਦੇ ਆ ਆਪਾਂ ਨੂੰ। ਸਮੇਂ ਦਾ ਅਰਗ ਅਤੇ ਵੱਡਿਆਂ ਦਾ ਆਦਰ, ਲਾਲਾ ਬਿਹਾਰੀ ਲਾਲਪੁਰੀ। ਢੋਲ ਢਮੱਕਾ ਪੁੱਛਿਆ ਗਿਆ ਸੀ ਪਿਛਲੀ ਵਾਰ। ਠੀਕ ਹੈ, ਇਸ ਵਾਰ ਫਿਰ ਦੇਖ ਲਵੋ। ਢੋਲ ਢਮੱਕਾ ਹੈ ਲਾਲ ਸਿੰਘ ਕਮਲਾ ਅਕਾਲੀ। ਉੱਪਰਲਾ ਹੈ ਲਾਲਾ ਬਿਹਾਰੀ ਲਾਲਪੁਰੀ, ਵੱਡਿਆਂ ਦਾ ਆਦਰ, ਇਹ ਹੈ ਲਾਲਾ ਸਿੰਘ ਕਮਲਾ ਅਕਾਲੀ। ਕਮਲਾ ਅਕਾਲੀ ਦਾ ਹੈ ਢੋਲ ਢਮੱਕਾ। ਸੂਬਾ ਸਿੰਘ ਦਾ ਵੀ ਪੁੱਛਿਆ ਗਿਆ ਸੀ, ਵਹਿਮੀ ਤਾਇਆ। ਇਹ ਲੇਖ ਆ ਜਿਹੜਾ, ਇਹ ਸੂਬਾ ਸਿੰਘ ਦਾ। ਠੀਕ ਹੈ, ਬਲਰਾਜ ਸਾਹਨੀ ਨੇ ਫਿਲਮਾਂ ਵਿੱਚ ਕੰਮ ਕੀਤਾ। ਠੀਕ ਹੈ, ਅਤੇ ਇਹਨਾਂ ਦਾ ਜਿਹੜਾ ਇਹ ਨਿਬੰਧ ਹੈ ਮੁੜ ਵੇਖਿਆ ਪਿੰਡ। ਯਾਦ ਰੱਖਣਾ। TR ਸ਼ਰਮਾ ਦਾ ਮਾਸਟਰ ਕੇਡਰ ਵਾਲਿਆਂ ਨੇ ਧਿਆਨ ਵਿੱਚ ਰੱਖਣਾ, ਇਹਨਾਂ ਦਾ ਇੱਕ ਅੱਧਾ ਸਵਾਲ ਆਵੇਗਾ, ਹੋ ਸਕਦਾ ਇੱਥੋਂ ਹੀ ਆ ਜਾਵੇ ਤੁਹਾਨੂੰ। ਖੁਸ਼ੀਆਂ ਆਪੇ ਨਹੀਂ ਆਉਂਦੀਆਂ, ਖੁਸ਼ੀਆਂ ਆਪੇ ਨਹੀਂ ਆਉਂਦੀਆਂ, TR ਸ਼ਰਮਾ। ਹਰਪਾਲ ਪੁੰਨੂ ਬੇਬੇ ਜੀ, ਇਹ ਜਿਹੜਾ ਨਿਬੰਧ ਹੈ ਲੇਖ ਆ ਹਰਪਾਲ ਪੁੰਨੂ, ਇਹ ਤੁਸੀਂ ਯਾਦ ਰੱਖ ਲੈਣਾ ਮੇਰੇ ਹਿਸਾਬ ਨਾਲ ETT ਵਾਲਿਆਂ ਨੇ। ਬੇਬੇ ਜੀ ਹਰਪਾਲ ਪੁੰਨੂ। ਠੀਕ ਹੈ, ਪੁੰਨ ਲੱਗਦਾ ਬੇਬੇ ਜੀ ਦਾ, ਸਤਿਕਾਰ ਕਰੋ। 9ਵੀਂ ਜਮਾਤ, ਇਹ ਲੇਖਕਾਂ ਦੇ ਨਾਮ ਹੈ। ਅੱਗੇ ਇਹਨਾਂ ਦੀਆਂ ਕਵਿਤਾਵਾਂ ਦੇਖਾਂਗੇ ਕੁਝ ਕੁ। ਠੀਕ ਹੈ, ਕੱਲੋ ਕਹਾਣੀ ਹੈ ਜੋ ਇਹ ਨਾਨਕ ਸਿੰਘ ਦੀ ਕਹਾਣੀ ਹੈ। ਇਹ ਕਹਾਣੀ ਪੁੱਛੀ ਜਾ ਸਕਦੀ ਹੈ ETT ਵਾਲੇ ਤੁਹਾਨੂੰ। ਠੀਕ ਹੈ, ਅਤੇ ਜਨਮ ਦਿਨ ਕਹਾਣੀ ਹੈ ਸ਼ਵਿੰਦਰ ਸਿੰਘ ਉੱਪਲ ਦੀ ਕਹਾਣੀ। ਕੱਲੋ ਕਹਾਣੀ ਯਾਦ ਆ ਨਾ ਤੁਹਾਡੇ, ਨਾਨਕ ਸਿੰਘ, ਬਸ ਠੀਕ ਹੈ। ਬਸ਼ੀਰਾ, ਇਹ ਨਵਤੇਜ ਸਿੰਘ ਦੀ ਕਹਾਣੀ ਹੈ। ਜੋ ਨਵਤੇਜ ਸਿੰਘ ਹੈ ਇਹ ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਤਰ ਹੈ। ਠੀਕ ਹੈ, ਇਹਨਾਂ ਦੀ ਕਹਾਣੀ ਹੈ ਬਸ਼ੀਰਾ। ਮੁਰਕੀਆਂ ਯਾਦ ਰੱਖਣਾ, 9 ਰੰਗ ਦੀ ਇਹ ਕਹਾਣੀ ਆ। ਵੈਸੇ ਆਪਾਂ ਦੇਖਦੇ ਹਾਂ ਜਿਹੜੀਆਂ ਮੁਰਕੀਆਂ ਹੁੰਦੀਆਂ ਉਹ 9 ਰੰਗ ਦੀਆਂ ਹੁੰਦੀਆਂ, ਲਾਲ, ਨੀਲੀਆਂ, ਪੀਲੀਆਂ। ਠੀਕ ਹੈ, ਮੁਰਕੀਆਂ 9 ਰੰਗ ਦੀਆਂ ਹੁੰਦੀਆਂ, ਅਤੇ ਇਹ ਕਹਾਣੀ ਲਿਖੀ ਹੈ ਨੌਰੰਗ ਸਿੰਘ ਨੇ। ਸਾਂਝੀ ਕੰਧ ਪੁੱਛੀ ਹੀ ਜਾਵੇਗੀ ਤੁਹਾਨੂੰ। ਇਹ ਪਿਛਲੀਆਂ 3 ਕਹਾਣੀਆਂ ਜਿਹੜੀਆਂ, ਇਹ ਹੋ ਨਹੀਂ ਸਕਦਾ ਕਿ ਇੱਥੋਂ ਕੋਈ ਪੇਪਰ ਹੋਵੇ ਪੰਜਾਬੀ ਦਾ ਅਤੇ ਕਹਾਣੀ ਪੁੱਛੀ ਨਾ ਜਾਵੇ। ਸਾਂਝੀ ਕੰਧ ਹੈ ਸੰਤੋਖ ਸਿੰਘ ਧੀਰ। ਬੱਸ ਕੰਡਕਟਰ ਹੈ ਡਾਕਟਰ ਦਲੀਪ ਕੌਰ ਟਿਵਾਣਾ, ਅਤੇ ਬਾਕੀ ਸਭ ਸੁੱਖ ਸੰਦ ਮੋਹਨ ਭੰਡਾਰੀ, ਜੋ ਮੇਰੇ ਹਿਸਾਬ ਨਾਲ ਪੁੱਛੀ ਜਾ ਸਕਦੀ ਹੈ। ਬਾਕੀ ਸਭ ਸੁੱਖ ਸੰਦ ਕਹਾਣੀ ਹੈ ਮੋਹਨ ਭੰਡਾਰੀ। ਅਗਲੀਆਂ ਇਕਾਂਗੀਆਂ ਦੇਖ ਲਵੋ। ਗਊ ਮੁਖਾ ਸ਼ੇਰ ਮੁਖਾ, ਇਹ ਤੁਹਾਡੇ ਯਾਦ ਆ, ਇਹ ਤੁਸੀਂ ਜਦੋਂ ਪੜ੍ਹਦੇ ਸੀ 5ਵੀਂ 6ਵੀਂ 'ਚ। ਠੀਕ ਹੈ, 9ਵੀਂ 10ਵੀਂ ਸੱਚ 9ਵੀਂ 10ਵੀਂ ਦੀ ਕਿਤਾਬ ਇਹ ਤਾਂ ਤੁਸੀਂ ਪੜ੍ਹੀ ਹੀ ਹੋਣੀ। ਗੁਰਚਰਨ ਸਿੰਘ ਜਸੂਜਾ ਦੀ ਕਹਾਣੀ ਹੈ ਗਊ ਮੁਖਾ ਸ਼ੇਰ ਮੁਖਾ। ਪਰਤ ਆਉਣ ਤੱਕ ਸਤੀਸ਼ ਕੁਮਾਰ ਵਰਮਾ। ਠੀਕ ਹੈ, ਜਿਹੜਾ ਪਰਮੀਸ਼ ਵਰਮਾ ਗੀਤਾਂ ਵਿੱਚ ਤੁਸੀਂ ਦੇਖਦੇ ਹੋ। ਠੀਕ ਹੈ, ਗਾਲ ਨਹੀਂ ਕੱਢਣੀ, ਉਹਦੇ ਇਹ ਪਿਤਾ ਸਤੀਸ਼ ਕੁਮਾਰ ਵਰਮਾ। ਠੀਕ ਹੈ, ਇਹਨਾਂ ਦਾ ਇਕਾਂਗੀ ਆ ਪਰਤ ਆਉਣ ਤੱਕ। ਯਾਦ ਰਹੇਗਾ ਹੁਣ। ਅੱਗੇ ਹੈ ਮੌਨਧਾਰੀ, ਈਸ਼ਵਰ ਚੰਦਰ ਨੰਦਾ। ਈਸ਼ਵਰ ਚੰਦਰ ਨੰਦਾ ਮੌਨਧਾਰੀ, ਇਹ ਕੱਲ੍ਹ ਹੀ ਪੜ੍ਹਾ ਕੇ ਹਟਾਂ ਬੱਚਿਆਂ ਨੂੰ। ਇਹਦੇ ਵਿੱਚ ਇੱਕ ਮੇਰੇ ਹਿਸਾਬ ਨਾਲ ਨਾਟਕੀ ਹੈ, ਜਿਵੇਂ ਨਾਟਕਾਂ 'ਚ ਫਿਲਮਾਂ 'ਚ TV 'ਤੇ ਹੁੰਦਾ ਨਾ ਕਿ ਪੁਲਿਸ ਵਾਲਾ ਸਾਧੂ ਬਣ ਕੇ ਆ ਗਿਆ ਮੁਜਰਮ ਨੂੰ ਪੜ੍ਹਨ ਵਾਸਤੇ, ਉਸ ਤਰ੍ਹਾਂ ਦੀ ਆ ਮੌਨਧਾਰੀ ਈਸ਼ਵਰ ਚੰਦਰ ਨੰਦਾ। ਗੁਬਾਰੇ ਯਾਦ ਰੱਖਣਾ, ਬੱਚੇ ਬੜੇ ਸ਼ੌਕ ਨਾਲ ਪੜ੍ਹਦੇ ਆ। ਆਤਮਜੀਤ ਅਤੇ ਸਿਰਜਣਾ ਪਾਲੀ ਭੁਪਿੰਦਰ,
ਇਹ ਭਰੂਣ ਹੱਤਿਆ ਨਾਲ ਸੰਬੰਧਿਤ ਹੈ। ਸਿਰਜਣਾ ਯਾਦ ਰੱਖਣਾ, ਪਾਲੀ ਭੁਪਿੰਦਰ ਦੀ ਇਕਾਂਗੀ ਆ ਸਿਰਜਣਾ, ਇਹਦੇ ਵਿੱਚ ਨਾਮ ਵੀ ਸਿਰਜਣਾ, ਠੀਕ ਹੈ, ਅਤੇ ਸੰਕੇਤ ਵੀ ਹੈ ਇਹਦੇ ਵਿੱਚ ਸਿਰਜਣਾ, ਅੱਗੇ ਮਤਲਬ ਔਰਤ ਸਿਰਜਣਾ ਕਰਦੀ ਹੈ। ਅੱਗੇ ਹੈ 17 ਆਪਣੇ ਕੋਲ, ਜਿਸ ਥਾਵੇਂ ਧਰਤੀ ਤੇ ਆ ਕੇ ਇਹ ਮੁੱਠੀ ਡਿੱਗੀ ਸਾਰੀ, ਉਹ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ। ਭਾਈ ਵੀਰ ਸਿੰਘ ਦੀ ਕਵਿਤਾ ਆਪਾਂ ਯਾਦ ਕੀਤੀ ਆ, ਟੁਕੜੀ ਜੱਗ ਤੋਂ ਨਿਆਰੀ, ਉਸ ਦੀਆਂ ਇਹ 17, ਇੱਥੇ 17 ਦੇ ਕੇ ਪੁੱਛਿਆ ਜਾ ਸਕਦਾ ਮਾਸਟਰ ਕੈਡਰ ਵਾਲਿਆਂ ਨੂੰ। ਇਹ ਹੈ ਉਪਮਾ ਅਲੰਕਾਰ, ਠੀਕ ਹੈ, ਵੈਸੇ ਮਿਲ ਨਹੀਂ ਰਿਹਾ ਕਿਤੇ ਇੱਥੇ ਉਪਮਾ ਅਲੰਕਾਰ। ਉਹ ਉਸ ਥਾਂ ਕਸ਼ਮੀਰ ਬਣ ਗਿਆ ਟੁਕੜੀ ਜੱਗ ਤੋਂ ਨਿਆਰੀ, ਠੀਕ ਹੈ, ਧਿਆਨ ਵਿੱਚ ਰੱਖਣਾ ਇਹ ਵਾਲੀਆਂ 17 ਨੂੰ। ਅੱਗੇ ਹੈ ਇਹ ਬਿਜਲੀ, ਆਪਾਂ ਕਰਕੇ ਆਏ ਹਾਂ ਵਿਧਾਤਾ ਸਿੰਘ ਤੀਰ ਦੀ ਕਵਿਤਾ, ਨਵੀਂ ਪੁਰਾਣੀ ਤਹਿਜੀਬ, ਉਹਦੀਆਂ 17। ਇਹ ਬਿਜਲੀ ਕੜਕ ਪਈ ਭਾਰਤ ਦੇ ਵੇਸ਼ਾਂ 'ਤੇ, ਇਹ ਕੈਂਚੀ ਧਰ ਦਿੱਤੀ ਕੁੜੀਆਂ ਦੀਆਂ ਕੇਸਾਂ 'ਤੇ, ਕੀ ਹੈ ਤਹਿਜੀਬ ਨਵੀਂ, ਟਿੱਕਾ ਬਦਨਾਮੀ ਦਾ, ਹਿੰਦ ਦੇ ਗਲ ਲਟਕ ਰਿਹਾ, ਇਹ ਤੌਕ ਗੁਲਾਮੀ ਦਾ। ਜਦੋਂ ਗੁਲਾਮੀ ਦੇ ਤੌਕ ਦੀ ਗੱਲ ਇੱਥੇ ਹੋ ਰਹੀ ਆ, ਅਰਥ ਸਾਨੂੰ ਸਪਸ਼ਟ ਹੁੰਦੇ ਹਨ ਕਿ ਜਿਹੜੀ ਪੱਛਮੀ ਸੱਭਿਅਤਾ ਉਸ ਨੂੰ ਅਸੀਂ ਅਪਣਾ ਕੇ ਆਪਣੇ ਗਲ ਦੇ ਵਿੱਚ ਅੰਗਰੇਜ਼ਾਂ ਦੀ ਜਿਹੜੀ ਗੁਲਾਮੀ ਦਾ ਤਖਤਾ ਪਟਾ ਪਾ ਲਿਆ, ਅਤੇ ਇਹਦੇ ਨਾਲ ਸਾਡੇ ਅੰਦਰ ਨਫ਼ਰਤ ਦੇ ਜਿਹੜੇ ਭਾਵ ਪੈਦਾ ਹੁੰਦੇ ਆ, ਠੀਕ ਹੈ। ਪੱਛਮੀ ਸੱਭਿਅਤਾ ਦੀ ਗੱਲ ਕੀਤੀ ਗਈ ਆ ਨਵੀਂ ਪੁਰਾਣੀ ਤਹਿਜੀਬ ਦੇ ਵਿੱਚ। ਅਗਲੀ ਗੱਲ ਯਾਦ ਰੱਖ ਲੈਣਾ, ਕਵਿਤਾ ਵਿੱਚ ਕਈ ਰਸ ਹੁੰਦੇ ਆ, ਬਹੁਤ ਸਾਰੇ ਰਸ ਹੁੰਦੇ ਆ, ਜਿਨ੍ਹਾਂ ਵਿੱਚੋਂ ਮੁੱਖ ਰੂਪ ਦੇ ਵਿੱਚ ਰਸ ਮੰਨੇ ਜਾਂਦੇ ਆ ਉਹ 9 ਹੈ, ਠੀਕ ਹੈ। ਵੱਖ ਵੱਖ ਰਸ ਹੁੰਦੇ ਹਨ, ਪਰ ਇਹਦੇ ਵਿੱਚ ਜਿਹੜੇ ਮੁੱਖ ਰਸ ਮੰਨੇ ਜਾਂਦੇ ਆ ਉਹ ਕਵਿਤਾ ਦੇ 9 ਰਸ ਮੰਨੇ ਜਾਂਦੇ ਆ, ਯਾਦ ਰਹੇਗਾ ਨਾ। ਅੱਗੇ ਦੇਖ ਲਵੋ, ਸਭੋ ਸਹੇਲੀਆਂ ਬਣ ਬਣਾਈਆਂ, ਕਿਸੇ ਨੇ ਸਿਰ ਤੇ ਲੀੜਾ ਲੀਤਾ ਮਹੀਨ ਡੋਰੀਏ ਦਾ, ਅੱਖੀਂ ਕਜਲਾ ਬੁੱਲ ਦੰਦਾਸਾ ਹੱਥੀਂ ਮਹਿੰਦੀ ਲਾ, ਬਣ ਬਣ ਪਈਆਂ ਪੈਣ ਬਲੌਰੀ ਗਜਰੇ ਹੱਥ ਚੜਾ। ਇਹ ਕਵਿਤਾ ਦੇ ਵਿੱਚ ਸ਼ਿੰਗਾਰ ਰਸ ਹੈ। ਕਵਿਤਾ ਦੀ ਥੋੜ੍ਹੀ ਬਹੁਤ ਵੀ ਜੇਕਰ ਵਿਅਕਤੀ ਨੂੰ ਸਮਝ ਹੋਵੇ ਤਾਂ ਰਸ ਦੀ ਪਹਿਚਾਣ ਤਾਂ 1 ਮਿੰਟ ਵਿੱਚ ਕਰ ਲੈਂਦਾ। ਉਹ ਕਵਿਤਾ ਨੂੰ ਉੱਚੀ ਆਵਾਜ਼ ਵਿੱਚ ਪੜ੍ਹ ਕੇ ਥੋੜ੍ਹਾ ਜਿਹਾ, ਠੀਕ ਹੈ, ਲੈ ਵੀ ਪਤਾ ਲੱਗ ਜਾਂਦੀ ਹੈ ਅਤੇ ਰਸ ਵੀ ਪਤਾ ਲੱਗ ਜਾਂਦਾ। ਦੇਖੋ ਉੱਪਰ ਸ਼ਿੰਗਾਰ ਦਾ ਮਤਲਬ ਇਹ ਨਹੀਂ ਗਾ ਕਿ ਉਹ ਸ਼ਿੰਗਾਰ ਕਰ ਰਹੀ ਆ ਅਤੇ ਇਸ ਕਰਕੇ ਸ਼ਿੰਗਾਰ ਰਸ ਹੈ। ਕਵਿਤਾ ਨੂੰ ਸ਼ਿੰਗਾਰਿਆ ਗਿਆ ਸ਼ਬਦਾਂ ਦੇ ਨਾਲ, ਠੀਕ ਹੈ, ਉਹ ਸ਼ਿੰਗਾਰ ਰਸ ਪੈਦਾ ਹੋ ਰਿਹਾ। ਅਤੇ ਵੈਸੇ ਵੀ ਸ਼ਿੰਗਾਰ ਹੀ ਹੱਥਾਂ ਦੇ ਵਿੱਚ ਮਹਿੰਦੀ ਲਾ, ਠੀਕ ਹੈ, ਉੱਥੋਂ ਵੀ ਸਿੱਧਾ ਅੰਦਾਜ਼ਾ ਹੋ ਰਿਹਾ। ਅਤੇ ਕਵਿਤਾ ਨੂੰ ਵੀ ਉਸੇ ਵਾਂਗੂ ਹੀ ਸ਼ਿੰਗਾਰਿਆ, ਜਿਵੇਂ ਨਾਲ ਨਾਲ ਉਹ ਸ਼ਿੰਗਾਰ ਹੋ ਰਿਹਾ ਅਤੇ ਕਵਿਤਾ ਨੂੰ ਵੀ ਸ਼ਬਦਾਂ ਨਾਲ ਕਵੀ ਉਵੇਂ ਉਵੇਂ ਸ਼ਿੰਗਾਰ ਰਿਹਾ। ਅਗਲੀ ਕਵਿਤਾ ਨੂੰ ਦੇਖੋ, ਮਾਂ ਦਾ ਦਿਲ ਆਪਾਂ ਕਰਕੇ ਆਏ ਹਾਂ, ਠੀਕ ਹੈ। ਇੰਨੀ ਗੱਲ ਸੁਣੀ ਤੇ ਉਹ ਨੱਸਾ ਨੱਸਾ ਕਰ ਆਇਆ, ਆਣ ਸੁੱਤੀ ਮਾਂ ਦੇ ਕਲੇਜੇ ਛੁਰਾ ਮਾਰਿਆ, ਅੱਜ ਉਹਦੀ ਰੱਤ ਵਿੱਚ ਹੱਥਾਂ ਨੂੰ ਹੰਗਾਲ ਕੇ ਵੇਖੋ ਖੂਨੀ ਪੁੱਤ ਨੇ ਪਿਆਰ ਕੀ ਨਿਤਾਰਿਆ, ਠੀਕ ਹੈ। ਇਹ ਕਵਿਤਾ ਦੇ ਵਿੱਚ ਕਿਹੜਾ ਰਸ ਹੈ? ਘਿਰਨਾਮਈ ਭਿਆਨਕ ਰਸ ਮਿਲਦਾ ਆਪਾਂ ਨੂੰ, ਜੇਕਰ 17 ਦੇ ਕੇ ਮਾਸਟਰ ਕੈਡਰ ਵਾਲਿਆਂ ਨੂੰ ਪੁੱਛਿਆ ਵੀ ਗਿਆ ਤਾਂ। ਅੱਗੇ ਦੇਖੋ ਪ੍ਰੋਫੈਸਰ ਪੂਰਨ ਸਿੰਘ ਦੀ ਕਵਿਤਾ ਦੀਆਂ 17। ਮੰਨੇ ਨਾ ਮਨਾਈਂਦੇ ਕਦੀ ਕੁੱਦ ਕੁੱਦ ਉਛਲਦੇ, ਡੁੱਲਦੇ ਮਰਜ਼ੀ ਦੇ ਮਾਲਕ ਇਹ ਦਿਲ ਦੇ ਚਾਅ ਉੱਤੇ ਉੱਲਰਦੇ, ਨਿੱਕੇ ਨਿੱਕੇ ਪਿਆਰ ਦੇ ਕਿਣਕਿਆਂ ਦੇ ਰੀਂਝਣ ਪਸੀਜਣ ਸਾਰੇ, ਤੇ ਵੱਡੀਆਂ ਵੱਡੀਆਂ ਗੱਲਾਂ ਨੂੰ ਲੱਤ ਮਾਰ ਦੌੜ ਜਾਣ। ਇਹ ਲੈਬੱਧ ਕਵਿਤਾ ਨਹੀਂ, ਇਹਦੇ ਵਿੱਚ ਸਿਰਫ ਆਪਣਾ ਇੱਕ ਤਾਲ ਪੈਦਾ ਹੋ ਰਿਹਾ, ਠੀਕ ਹੈ। ਅਤੇ ਪ੍ਰੋਫੈਸਰ ਪੂਰਨ ਸਿੰਘ ਦੀਆਂ ਖੁੱਲ੍ਹੀਆਂ ਕਵਿਤਾਵਾਂ ਆਪਾਂ ਨੂੰ ਮਿਲਦੀਆਂ, ਤਾਂ ਉਹ ਖੁੱਲ੍ਹੀਆਂ ਕਵਿਤਾਵਾਂ ਵੀ ਜਿਹੜੀਆਂ ਵੇਖਣ ਨੂੰ ਵਾਰਤਕ ਵਰਗੀਆਂ ਲੱਗਦੀਆਂ, ਜਦੋਂ ਉੱਚੀ ਆਵਾਜ਼ ਵਿੱਚ ਆਪਾਂ ਪੜ੍ਹਦੇ ਹਾਂ ਤਾਂ ਇਹਨਾਂ ਦੇ ਵਿੱਚ ਜਿਹੜੀ ਲੈਅ ਆ ਆਪਾਂ ਨੂੰ ਮਿਲ ਜਾਂਦੀ ਹੈ। ਇੱਥੇ ਲਿਖਿਆ ਲੈਅ ਦਾ ਪਤਾ ਕਿਵੇਂ ਲੱਗਦਾ ਕਵਿਤਾ ਵਿਚਲੀ ਦਾ, ਉਸ ਨੂੰ ਪੜ੍ਹ ਕੇ ਉੱਚੀ ਉੱਚੀ ਬੋਲ ਕੇ। ਭਾਈ ਵੀਰ ਸਿੰਘ ਜ਼ਰੂਰ ਦੇਖ ਲਵੋ, ਠੀਕ ਹੈ, ETT ਵਾਲੇ ਆ ਸਕਦਾ। 1872 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਅਤੇ 1957 ਦੇ ਵਿੱਚ ਦੇਹਾਂਤ ਹੋਇਆ। ਪੂਰਾ ਸਮਾਂ ਯਾਦ ਰੱਖੋ, 5 ਦਸੰਬਰ 1872 ਨੂੰ ਭਾਈ ਵੀਰ ਸਿੰਘ ਦਾ ਜਨਮ ਹੋਇਆ ਸੀ ਪਿਤਾ ਚਰਨ ਸਿੰਘ ਦੇ ਘਰ, ਠੀਕ ਹੈ। ਭਾਈ ਵੀਰ ਸਿੰਘ ਦੇ ਜੋ ਸਵਾਲ ਬਣਦਾ ਉਹ ਹੈ ਆਧੁਨਿਕ ਕਵਿਤਾ ਜਿਹੜੀ ਪੰਜਾਬੀ, ਉਹਦਾ ਪਿਤਾਮਾ ਹੈ ਭਾਈ ਵੀਰ ਸਿੰਘ, ਠੀਕ ਹੈ। ਇਹਨਾਂ ਦੀ ਰਚਨਾ ਬਹੁਤ ਪੱਕੀ ਆ, ਬਹੁਤ ਸਾਰੀਆਂ ਰਚਨਾਵਾਂ ਲਿਖੀਆਂ ਵੱਡੀ ਗਿਣਤੀ ਦੇ ਵਿੱਚ। ਇਹਨਾਂ ਨੇ ਰਾਣਾ ਸੂਰਤ ਸਿੰਘ ਮਹਾਂਕਾਵ ਲਿਖਿਆ। ਇਸ ਤੋਂ ਬਾਅਦ ਇਹਨਾਂ ਦੇ ਹੈ ਕਾਵ ਸੰਗ੍ਰਹਿ ਲਹਿਰਾਂ ਦੇ ਹਾਰ, ਬਿਜਲੀਆਂ ਦੇ ਹਾਰ, ਮਟਕ ਹੁਲਾਰੇ, ਮੇਰੇ ਸਾਈਆਂ ਜੀਓ, ਯਾਦ ਰੱਖਣਾ, ਕੰਮ ਦੀ ਕਲਾਈ, ਪ੍ਰੀਤ ਵੀਨਾ, ਕੰਤ ਸਹੇਲੀ, ਵਿਜੇ ਸਿੰਘ, ਇਹ ਇਹਨਾਂ ਦੇ ਨਾਵਲ ਆ। ਸਤਵੰਤ ਕੌਰ ਨਾਵਲ ਆ, ਠੀਕ ਹੈ। ਅੱਗੇ ਹੈ ਸੁਭਾਗ ਜੀ ਦਾ ਸੁਧਾਰ, ਹੱਥੀਂ ਬਾਬਾ ਨੌਤ ਸਿੰਘ, ਰਾਜਾ
ਲੱਖ ਦਾਤਾ ਇਹ ਨਾਟਕ ਹੈ, ਠੀਕ ਹੈ। ਗੁਰੂ ਨਾਨਕ ਚਮਤਕਾਰ, ਕਲਗੀਧਰ ਚਮਤਕਾਰ, ਅਸ਼ਟਗੁਰੂ ਚਮਤਕਾਰ, ਮੇਰੇ ਸਾਈਆਂ ਜੀਓ ਨੂੰ ਮਿਲਿਆ ਸੀ ਇਹਨਾਂ ਨੂੰ ਅਵਾਰਡ, ਠੀਕ ਆ, ਸਾਹਿਤ ਅਕੈਡਮੀ, ਇਹ ਯਾਦ ਰੱਖਣਾ। ਇਸ ਤੋਂ ਬਾਅਦ ਹੋਰ ਵੀ ਬਹੁਤ ਸਾਰੇ ਜਿਹੜੇ ਮਾਨ ਸਨਮਾਨ ਆ ਮਿਲੇ ਆ। ਕਵਿਤਾ ਯਾਦ ਰੱਖਣਾ, ਸਮਾਂ ਕਵਿਤਾ ਹੈ ਭਾਈ ਵੀਰ ਸਿੰਘ ਦੀ। ਇਸ ਤੋਂ ਬਾਅਦ ਹੈ ਬਿਨਫਸ਼ਾਂ ਦਾ ਫੁੱਲ, ਇਹ ਵੀ ਕਵਿਤਾ ਹੈ ਭਾਈ ਵੀਰ ਸਿੰਘ ਦੀ। ਬਿਨਫਸ਼ਾਂ ਦਾ ਫੁੱਲ, ਠੀਕ ਆ, ਇਹ ਬਹੁਤ ਵਧੀਆ ਫੁੱਲ ਹੁੰਦੇ ਇਹਨਾਂ ਦੀ ਚਾਹ ਉਬਾਲ ਕੇ ਪੀਤੀ ਜਾਵੇ, ਬਣਾ ਕੇ ਪਾਣੀ ਉਬਾਲ ਕੇ, ਤਾਂ ਜ਼ੁਕਾਮ ਆ ਜਿਹੜਾ ਹਟ ਜਾਂਦਾ। ਅੱਗੇ ਹੈ ਟੁਕੜੀ ਜੱਗ ਤੋਂ ਨਿਆਰੀ, ਇਹ ਕਵਿਤਾ ਤੁਸੀਂ ਦੇਖੀ ਉੱਪਰ ਭਾਈ ਵੀਰ ਸਿੰਘ ਦੀ ਆ। ਇਹ ਸਵਾਲ ਵੀ ਤੁਸੀਂ ਕਰ ਸਕਦੇ ਹੋ, ਠੀਕ ਹੈ, ਜਿਹੜੇ ਅਭਿਆਸ ਦੇ ਦਿੱਤੇ ਹੋਏ ਆ। 9ਵੀਂ ਜਮਾਤ ਦੀ ਵੰਨਗੀ ਦੇਖ ਲਵੋ, ਜਿਸ ਨੂੰ ਬੱਚੇ ਵੰਗਣੀ ਬੋਲ ਦਿੰਦੇ ਕਈ ਵਾਰ। ਕਹਾਣੀਆਂ ਦੇਖ ਲਵੋ, ਇਹ ਤੁਸੀਂ ਯਾਦ ਕੀਤੀਆਂ। 9ਵੀਂ ਜਮਾਤ ਦਾ ਮੈਨੂੰ ਲੱਗਦਾ 2 ਵਾਰ ਪੇਜ ਆ ਗਿਆ। ਨਾਨਕ ਸਿੰਘ ਦੀ ਕਹਾਣੀ ਆ ਕੱਲੋ, ਇਹ ਯਾਦ ਆ ਤੁਹਾਡੇ। ਜਨਮ ਦਿਨ ਸ਼ਵਿੰਦਰ ਉੱਪਲ ਦੀ ਕਹਾਣੀ ਆ। ਬਸ਼ੀਰਾ ਨਵਤੇਜ ਸਿੰਘ ਦੀ ਕਹਾਣੀ ਆ। ਮੁਰਕੀਆਂ ਤੁਸੀਂ ਯਾਦ ਕਰ ਲਈ। ਨੌਰੰਗ ਸਿੰਘ ਦੀ ਕਹਾਣੀ ਆ। 3 ਕਹਾਣੀਆਂ ਤੁਹਾਨੂੰ ਕਿਹਾ ਸੀ ਪਿਛਲੀਆਂ। ਸਾਂਝੀ ਕੰਧ ਸੰਤੋਖ ਸਿੰਘ ਧੀਰ। ਬੱਸ ਕੰਡਕਟਰ ਦਲੀਪ ਕੌਰ ਟਿਵਾਣਾ। ਬਾਕੀ ਸਭ ਸੁੱਖ ਸਾਂਦ ਮੋਹਣ ਭੰਡਾਰੀ। ਸਾਂਝੀ ਕੰਧ ਬਹੁਤ ਹੀ ਵਾਰ ਇਹ ਜਿਹੜੀ ਕਹਾਣੀ ਆ ਪੁੱਛੀ ਜਾਂਦੀ ਹੈ, ਅਤੇ ਵਾਰ-ਵਾਰ ਪੁੱਛੀ ਜਾਂਦੀ ਆ। ਸੰਤੋਖ ਸਿੰਘ ਧੀਰ, ਠੀਕ ਹੈ। ਇਕਾਂਗੀਆਂ ਦੇਖ ਲਵੋ, ਗਊਮੁਖਾ, ਸ਼ੇਰਮੁਖਾ, ਗੁਰਚਰਨ ਸਿੰਘ ਜਸੂਜਾ। ਪਰ ਤੋਂ ਹੁਣ ਤੱਕ ਤੁਹਾਨੂੰ ਦੱਸਿਆ ਸੀ। ਸਤੀਸ਼ ਕੁਮਾਰ ਵਰਮਾ, ਮੌਨਧਾਰੀ ਈਸ਼ਵਰ ਚੰਦਰ ਨੰਦਾ, ਗਵਾਰੇ ਆਤਮਜੀਤ, ਸਿਰਜਣਾ ਪਾਲੀ ਭੁਪਿੰਦਰ। ਪਾਲੀ ਭੁਪਿੰਦਰ ਸਿਰਜਣਾ ਦੇਖ ਲਓ, ਇਹਦੇ ਵਿੱਚ ਭਰੂਣ ਹੱਤਿਆ, ਠੀਕ ਹੈ, ਉਸ ਉੱਪਰ ਇਹ ਕਹਾਣੀ ਆ। ਤਾਂ ਆਪਾਂ ਇਹ ਕਹਾਂਗੇ ਕਿ ਪਾਲੀ ਮਤਲਬ ਉਹਨਾਂ ਨੂੰ ਵੀ ਬੱਚੀਆਂ ਨੂੰ ਨਹੀਂ ਮਾਰਨਾ ਚਾਹੀਦਾ, ਪਾਲ ਲੈਣਾ ਚਾਹੀਦਾ, ਠੀਕ ਹੈ। ਪਾਲੀ ਭੁਪਿੰਦਰ। ਅੱਗੇ ਨਾਨਕ ਸਿੰਘ ਬਾਰੇ ਵੀ ਦੇਖ ਲਵੋ, ਵੀ ਇਹ ਵੀ ਨਹੀਂ ਹੋ ਸਕਦਾ ਕਿ ਇਹਨਾਂ ਬਾਰੇ ਕੋਈ ਪ੍ਰਸ਼ਨ ਨਾ ਆਵੇ। ਬਹੁਤ ਹੀ ਵੱਡੇ ਨਾਵਲਕਾਰ ਆ ਇਹ। ਇਹਨਾਂ ਦਾ ਜਨਮ ਹੋਇਆ ਸੀ 1897 ਦੇ ਵਿੱਚ, ਅਤੇ ਦੇਹਾਂਤ ਹੋਇਆ 1971 ਦੇ ਵਿੱਚ। ਗਰੀਬੀ ਵਿੱਚ ਹੀ ਇਹਨਾਂ ਨੇ ਜਨਮ ਬਤੀਤ ਹੋਇਆ। ਪਿਤਾ ਦੀ ਵੀ ਮੌਤ ਹੋ ਗਈ, ਮਾਂ ਵੀ, ਉਹਨਾਂ ਦਾ ਹਾਦਸਾ ਹੋ ਜਾਂਦਾ ਉਹਨਾਂ ਦੇ ਨਾਲ, ਠੀਕ ਹੈ। 1922 ਦੇ ਵਿੱਚ ਇਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। 1922 ਵਿੱਚ ਜੇਲ੍ਹ ਗਏ, ਤਾਂ ਜੇਲ੍ਹ ਵਿੱਚ ਇਹਨਾਂ ਨੂੰ ਪੜ੍ਹਨ ਦਾ ਮੌਕਾ ਮਿਲਿਆ। ਸਿਰਫ 5 ਜਮਾਤਾਂ ਹੀ ਪੜ੍ਹੇ ਨਾਨਕ ਸਿੰਘ, ਠੀਕ ਹੈ। ਚਿੱਟਾ ਲਹੂ ਇਹਨਾਂ ਦਾ ਬਹੁਤ ਹੀ ਪ੍ਰਸਿੱਧ ਨਾਵਲ ਹੈ। ਪਹਿਲਾ ਨਾਵਲ ਇਹਨਾਂ ਨੇ ਲਿਖਿਆ ਸੀ ਮਤਰੇਈ ਮਾਂ। ਅੱਧ ਖਿੜਿਆ ਫੁੱਲ, ਜੀਵਨ ਸੰਗਰਾਮ, ਆਦਮਕੌਰ, ਇੱਕ ਮਿਆਨ ਦੋ ਤਲਵਾਰਾਂ, ਜਿਹੜਾ ਇਹ ਇਹਨਾਂ ਦਾ ਪ੍ਰਮੁੱਖ ਨਾਵਲ ਹੈ। ਪਵਿੱਤਰ ਪਾਪੀ, ਹਿੰਦੀ ਜਿਹੜਾ ਪਵਿੱਤਰ ਪਾਪੀ ਹੈ ਇਹਦੇ ਉੱਪਰ ਹਿੰਦੀ ਫਿਲਮ ਵੀ ਬਣੀ ਆ, ਠੀਕ ਹੈ। ਚਿੱਟਾ ਲਹੂ, ਜਿਹੜਾ ਚਿੱਟਾ ਲਹੂ ਆ ਇਹ ਰੂਸੀ ਭਾਸ਼ਾ ਦੇ ਵਿੱਚ ਅਨੁਵਾਦ ਵੀ ਹੋਇਆ। ਮਤਲਬ ਤੁਸੀਂ ਨਾਵਲ ਯਾਦ ਰੱਖਣਾ ਬਸ ਇਹਨਾਂ ਦੀ। ਕਹਾਣੀਆਂ ਵੀ ਲਿਖੀਆਂ, ਠੀਕ ਹੈ। ਕਹਾਣੀਆਂ ਦੇ ਪਿੱਛੇ ਹਾਰ ਹਾਰ ਸ਼ਬਦ ਆ ਜਾਂਦਾ। ਹੰਝੂਆਂ ਦੇ ਹਾਰ, ਸਦਰਾਂ ਦੇ ਹਾਰ, ਮਿੱਧੇ ਹੋਏ ਫੁੱਲ ਅਤੇ ਠੰਡੀਆਂ ਛਾਵਾਂ, ਇਹਨਾਂ ਦੇ ਕਹਾਣੀ ਸੰਗ੍ਰਹਿ ਆ। ਯਾਦ ਰੱਖਣਾ ਨਾਨਕ ਸਿੰਘ ਆ ਜੋ ਇਹਨਾਂ ਦੀ ਪਹਿਲੀ ਕਹਾਣੀ ਆ ਉਹ ਰੱਖੜੀ ਆਈ ਸੀ। 1927 ਦੇ ਵਿੱਚ ਛਪੀ ਸੀ ਇਹਨਾਂ ਦੀ ਪਹਿਲੀ ਕਹਾਣੀ ਰੱਖੜੀ, ਠੀਕ ਹੈ। ਉਹਨਾਂ ਦੀਆਂ ਰਚਨਾਵਾਂ ਦਾ ਵਿਸ਼ਾ ਜਿਹੜਾ ਹੈ ਸਮਾਜ ਸੁਧਾਰ ਰਿਹਾ, ਅਤੇ ਸਮਾਜ ਸੁਧਾਰ ਹੈ ਨਾਨਕ ਸਿੰਘ ਦੀਆਂ ਰਚਨਾਵਾਂ ਦਾ ਵਿਸ਼ਾ। ਜੋ ਸਭ ਤੋਂ ਜ਼ਰੂਰੀ ਗੱਲ ਹੈ ਇਹਨਾਂ ਦਾ ਉਹ ਹੈ ਰੋਚਕ ਹੈ। ਬਹੁਤ ਘੱਟ ਲੇਖਕ ਹੈ ਜੋ ਇੰਨੇ ਜ਼ਿਆਦਾ ਪੜ੍ਹੇ ਗਏ ਹੋਣ, ਠੀਕ ਹੈ। ਨਾਨਕ ਸਿੰਘ ਦਾ ਸਭ ਤੋਂ ਜ਼ਿਆਦਾ ਪੜ੍ਹਿਆ ਜਾਂਦਾ ਕਾਰਨ ਇਹ ਹੈ ਕਿ ਰੋਚਕਤਾ ਨਹੀਂ ਖਤਮ ਹੋਣ ਦਿੰਦਾ ਆਪਣੀ ਗੱਲ ਦੇ ਵਿੱਚ। ਲੇਖਕ ਨੂੰ ਬੰਨ੍ਹ ਕੇ ਬਿਠਾ ਲੈਂਦਾ, ਠੀਕ ਆ। ਕਿਤਾਬ ਖਤਮ ਨਹੀਂ ਹੁੰਦੀ ਤਾਂ ਪੜ੍ਹਨ ਵਾਲੇ ਤੋਂ ਉਨਾ ਚਿਰ ਕਿਤਾਬ ਹੱਥਾਂ 'ਚੋਂ ਛੱਡੀ ਨਹੀਂ ਜਾਂਦੀ, ਠੀਕ ਹੈ। ਇਹ ਰੋਚਕਤਾ ਕਰਕੇ ਹੀ ਆ। ਨਾਨਕ ਸਿੰਘ ਨੂੰ ਇੱਕ ਮਿਆਨ ਦੋ ਤਲਵਾਰਾਂ ਦੇ ਲਈ ਆ ਜਿਹੜਾ ਭਾਰਤੀ ਸਾਹਿਤ ਅਕੈਡਮੀ ਅਵਾਰਡ ਮਿਲਿਆ ਸੀ। ਕੱਲੋ ਕਹਾਣੀ ਆ। ਕੱਲੋ ਕਹਾਣੀ 1936 ਦੇ ਸਮੇਂ ਦੀ ਕਹਾਣੀ ਆ, ਠੀਕ ਆ। ਉਦੋਂ ਇਹਨਾਂ ਨੇ ਇਹ ਕਹਾਣੀ ਲਿਖੀ ਸੀ, ਅਤੇ ਇਹ ਕਹਾਣੀ ਆ ਜਿਹੜੀ ਹਿੰਦੀ ਅਤੇ ਪੰਜਾਬੀ ਭਾਸ਼ਾ ਦੇ ਵਿੱਚ TV ਉੱਪਰ ਵੀ ਬਹੁਤ ਹੀ ਵਧੀਆ ਸਫਲਤਾ ਸਹਿਤ ਦਿਖਾਈ ਗਈ ਹੈ, ਠੀਕ ਹੈ। ਅੱਗੇ ਗੁਰਮਤਿ ਕਾਵਿ ਦੇ ਕਵੀ ਤੁਹਾਨੂੰ ਪੁੱਛੇ ਜਾ ਸਕਦੇ ਆ ਜਿਹੜੇ ਆਪਣੇ ਗੁਰੂ ਆ, ਗੁਰਮਤਿ ਕਾਵਿ ਵਿੱਚ ਆ ਜਾਂਦੇ ਆ। ਸੂਫੀ ਕਾਵਿ ਵਿੱਚ ਸ਼ੇਖ ਫਰੀਦ ਜੀ, ਸ਼ਾਹ ਹੁਸੈਨ, ਬੁੱਲੇ ਸ਼ਾਹ, ਇਹ ਆ ਜਾਂਦੇ ਆ ਸੂਫੀ ਕਾਵਿ ਦੇ ਵਿੱਚ। ਕਿੱਸਾ ਕਾਵਿ ਦੇ ਵਿੱਚ ਜਿਨ੍ਹਾਂ ਨੇ ਕਿੱਸੇ ਲਿਖੇ ਆ, ਪੀਲੂ, ਵਾਰਸ਼ਾ, ਹਾਸ਼ਮ ਅਤੇ ਹਾਸ਼ਮ, ਠੀਕ ਆ। ਅੱਗੇ ਪਤਾ ਨਹੀਂ ਕਿਹੜਾ ਲਿਖਿਆ ਹੋਇਆ ਸ਼ਾਇਦ। ਅੱਗੇ ਹੈ ਬੀਰ ਕਾਵਿ। ਬੀਰ ਕਾਵਿ ਦੇ ਵਿੱਚ ਆ ਜਾਂਦੇ ਆ ਗੁਰੂ ਗੋਬਿੰਦ ਸਿੰਘ ਜੀ ਅਤੇ ਸ਼ਾਹ ਮੁਹੰਮਦ। ਵਾਰਤਕ ਆਹ ਦੇਖ ਲਵੋ, ਇੱਥੇ ਥੋੜ੍ਹਾ ਜਿਹਾ ਧਿਆਨ ਦੇਣਾ ਹੁਣ ਪੂਰਾ, ਠੀਕ ਹੈ। ਇੱਥੇ ਆ ਸਕਦਾ ਤੁਹਾਨੂੰ ਜ਼ਰੂਰ ਪੁੱਛਿਆ ਜਾਵੇਗਾ ਇੱਕ ਅੱਧਾ ਨਿਬੰਧ, ਪੂਰੇ ਧਿਆਨ ਨਾਲ ਕਰਨਾ, ਠੀਕ ਹੈ। ਗਿਆਨੀ ਦਿੱਤ ਸਿੰਘ, ਰਬਾਬ ਮਗਾਉਣ ਦਾ ਬਿਰਤਾਂਤ ਆ ਜੋ ਇਹ ਗਿਆਨੀ ਦਿੱਤ ਸਿੰਘ, ਇੱਕ ਗਿਆਨੀ ਦਿੱਤ ਸਿੰਘ ਅਤੇ ਗਿਆਨੀ ਗੁਰਦਿੱਤ ਸਿੰਘ, ਇਹਨਾਂ ਵਿੱਚ ਫਰਕ ਹੈ। ਗਿਆਨੀ ਦਿੱਤ ਸਿੰਘ ਦਾ ਹੈ ਰਬਾਬ ਮਗਾਉਣ ਦਾ ਬਿਰਤਾਂਤ। ਪ੍ਰਿੰਸੀਪਲ ਤੇਜਾ ਸਿੰਘ ਦਾ ਤੁਸੀਂ ਯਾਦ ਆ ਤੁਹਾਡੇ ਘਰ ਦਾ ਪਿਆਰ।
ਗੁਰਬਖਸ਼ ਸਿੰਘ ਪ੍ਰੀਤਲੜੀ ਦਾ ਪੁੱਛਿਆ ਜਾ ਸਕਦਾ ਬੋਲੀ, ਤੇ ਪ੍ਰਾਰਥਨਾ ਪਿਛਲੀ ਵਾਰ ਵੀ ਪੁੱਛਿਆ ਗਿਆ ਸੀ, ਠੀਕ ਹੈ। ਡਾਕਟਰ ਬਲਵੀਰ ਸਿੰਘ ਦਾ ਨਿਬੰਧ ਹੈ ਪ੍ਰਾਰਥਨਾ। ਕਪੂਰ ਸਿੰਘ ਤੇ ਨਰਿੰਦਰ ਕਪੂਰ ਸਿੰਘ ਦੇ ਵਿੱਚ ਵੀ ਫਰਕ ਹੈ। ਇਹ ਜੋ ਬਾਬਾ ਰਾਮ ਸਿੰਘ ਕੂਕਾ, ਇਹ ਹੈ ਕਪੂਰ ਸਿੰਘ, ਕਪੂਰ ਕੂਕਾ, ਠੀਕ ਹੈ। ਬਾਬਾ ਰਾਮ ਸਿੰਘ ਕੂਕਾ ਯਾਦ ਰੱਖਣਾ, ਕਪੂਰ ਸਿੰਘ ਇਕੱਲਾ ਕਪੂਰ ਸਿੰਘ। ਪਿਆਰਾ ਸਿੰਘ ਪਦਮ, ਇਹ ਬਹੁਤ ਵਾਰ ਪੁੱਛਿਆ ਗਿਆ, ਮਹਾਕਵੀ ਕਾਲੀਦਾਸ, ਇਹ ਨਿਬੰਧ ਹੈ ਜੋ ਲਿਖਿਆ ਪਿਆਰਾ ਸਿੰਘ ਪਦਮ ਨੇ। ਪਿਆਰਾ ਸਿੰਘ ਪਦਮ ਦੀ ਰਚਨਾ ਹੈ ਮਹਾਕਵੀ ਕਾਲੀਦਾਸ। ਮੇਰੇ ਵੱਡੇ ਵਡੇਰੇ, ਇਹ ਵੀ ਪੁੱਛਿਆ ਕਿ ਇਹ ਹੈ ਗਿਆਨੀ ਗੁਰਦਿੱਤ ਸਿੰਘ, ਗੁਰ ਵੱਡੇ ਵਡੇਰੇ, ਗੁਰਦਿੱਤ ਵੱਡੇ ਵਡੇਰੇ, ਠੀਕ ਹੈ। ਤੇ ਨਰਿੰਦਰ ਸਿੰਘ ਕਪੂਰ, ਤੁਰਨ ਦਾ ਹੁਨਰ, ਯਾਦ ਰੱਖਣਾ। ਪੂਰਾ ਧਿਆਨ ਦੇ ਲਵੋ, ਸਕਰੀਨਸ਼ਾਟ ਲੈ ਕੇ ਖੁਦ ਪੜ੍ਹ ਲੈਣਾ, ਪਰ ਪੜ੍ਹ ਲੈਣਾ ਇੱਥੋਂ ਮੈਨੂੰ ਲੱਗਦਾ ਕਿ ਇੱਕ ਸਵਾਲ ਆ ਜਾਣਾ ਤੁਹਾਨੂੰ ਹਰ ਹਾਲਤ ਦੇ ਵਿੱਚ। ਹੋਰ ਕੋਈ ਪੁੱਛਣ ਵਾਲੇ ਸਵਾਲ ਹੀ ਨਹੀਂ ਹੈਗੇ ਤੁਹਾਨੂੰ ETT ਦੇ ਵਿੱਚ। ਚੱਲੀਏ ਅੱਗੇ ਫਿਰ, ਚਲੋ ਵੀ। ਗੁਰੂ ਨਾਨਕ ਦੇਵ ਜੀ ਬਾਰੇ ਤੁਸੀਂ ਜਾਣਦੇ ਹੀ ਹੋ, ਠੀਕ ਹੈ। ਇਹਨਾਂ ਦੀਆਂ ਕੁਝ ਕੁ ਸਲੋਕ ਹੈ, ਉਹਨਾਂ ਦੀਆਂ ਸਤਰਾਂ ਦੇਖ ਲਵੋ। ਪਵਨ ਗੁਰੂ ਪਾਣੀ ਪਿਤਾ, ਇਹ ਗੁਰੂ ਨਾਨਕ ਦੇਵ ਜੀ ਦਾ ਸਲੋਕ ਹੈ। ਪੁੱਛਿਆ ਜਾ ਸਕਦਾ ਕਿਸ ਦਾ ਸਲੋਕ ਹੈ? ਗੁਰੂ ਨਾਨਕ ਦੇਵ ਜੀ ਦਾ। ਇਸ ਤੋਂ ਬਿਨਾਂ ਤੁਸੀਂ ਜਾਣਦੇ ਹੋ ਸੋ ਕਿਉ ਮੰਦਾ ਆਖੀਏ, ਗੁਰੂ ਨਾਨਕ ਦੇਵ ਜੀ ਦੀ ਸਤਰਾਂ ਬਹੁਤ ਹੀ ਜ਼ਿਆਦਾ ਪ੍ਰਸਿੱਧ ਹੈ, ਠੀਕ ਹੈ। ਇਹਨਾਂ ਦੀ ਬਾਣੀ ਆ। ਅੱਗੇ ਹੈ ਗਗਨ ਮੇ ਥਾਲ, ਜੋ ਆਰਤੀ ਆਪਾਂ ਕਰਦੇ ਹਾਂ, ਠੀਕ ਹੈ। ਗਗਨ ਮੇ ਥਾਲ, ਰਵੀ ਚੰਦ ਦੀਪਕ, ਇਹ ਜੋ ਆਰਤੀ ਹੈ ਇਹ ਹੈ ਗੁਰੂ ਨਾਨਕ ਦੇਵ ਜੀ ਦੀ। ਇਹ ਆਪਾਂ ਉੱਪਰ ਕਰਕੇ ਆਏ ਹਾਂ ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਆਰਤੀ। ਉੱਥੋਂ ਭੁਲੇਖਾ ਖਾ ਕੇ ਇਹ ਨਾ ਕਰ ਦੇਣਾ ਕਿ ਇਹ ਆਰਤੀ ਹੈ ਗੁਰੂ ਨਾਨਕ ਦੇਵ ਜੀ ਨਾਲ ਸੰਬੰਧਿਤ, ਨਹੀਂ। ਇਹ ਆਰਤੀ ਗੁਰੂ ਨਾਨਕ ਦੇਵ ਜੀ ਦੀ ਅਲੱਗ ਹੈ। ਜੋ ਸ਼ਿਵ ਕੁਮਾਰ ਬਟਾਲਵੀ ਦੀ ਆਰਤੀ ਹੈ ਉਹ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਨਾਲ ਸੰਬੰਧਿਤ, ਯਾਦ ਰਹੇਗਾ ਨਾ। ਅੱਗੇ ਦੇਖੋ ਕਹਾਣੀਆਂ, ਬਹੁਤ ਹੀ ਪ੍ਰਸਿੱਧ ਕਹਾਣੀਆਂ, ਠੀਕ ਹੈ। ਕੁਲਫੀ ਕਹਾਣੀ ਹੈ ਸੁਜਾਨ ਸਿੰਘ ਦੀ, 10ਵੀਂ ਜਮਾਤ ਦੇ ਵਿੱਚ ਹੈ। ਮੜੀਆਂ ਤੋਂ ਦੂਰ ਕਹਾਣੀ ਹੈ, ਤੁਹਾਨੂੰ 10ਵੀਂ ਵਿੱਚੋਂ ਆਵੇਗਾ ਹੀ ਆਵੇਗਾ ਇਹ ਤੋਂ ਸਵਾਲ। ਰਘੂਵੀਰ ਢੰਡ, ਅੰਗ ਸੰਗ ਕਹਾਣੀ ਹੈ ਵਰਿਆਮ ਸੰਧੂ। ਹੁਣ ਤੁਹਾਨੂੰ ਲੱਗ ਰਿਹਾ ਹੋਵੇਗਾ ਕਿ ਯਾਦ ਹੈ, ਠੀਕ ਹੈ, ਬਸ ਕੁਲਫੀ ਸੁਜਾਨ ਸਿੰਘ, ਪਰ ਪੇਪਰ ਵਿੱਚ ਗਲਤ ਨਾ ਕਰ ਬੈਠਣਾ, ਵਧੀਆ ਸੋਚ ਸਮਝ ਕੇ ਲਗਾਉਣਾ। ਕੁਲਫੀ ਕਹਾਣੀ ਸੁਜਾਨ ਸਿੰਘ, ਮੜੀਆਂ ਤੋਂ ਦੂਰ ਰਘੂਵੀਰ ਢੰਡ, ਅੰਗ ਸਿੰਘ ਵਰਿਆਮ ਸੰਧੂ, ਬੰਬ ਬਹਾਦਰ ਹੈ ਗੁਰਬਖਸ਼ ਸਿੰਘ ਦੀ ਕਹਾਣੀ। ਬਾਗੀ ਦੀ ਧੀ ਦੇਖੋ, ਬਾਗੀ ਦੀ ਧੀ ਯਾਦ ਰੱਖਣਾ, ਇਹ ਹੈ ਗੁਰਬਖਸ਼ ਸਿੰਘ ਮੁਸਾਫਰ ਦੀ ਕਹਾਣੀ। ਬਾਗੀ ਦੀ ਧੀ, ਬਾਗੀ ਦੀ ਧੀ ਦੇ ਵਿੱਚ ਇਹ ਹੈ ਕਿ ਬਾਗੀਆਂ ਨੇ ਹੀ ਦੁੱਖ ਤਕਲੀਫਾਂ ਨਹੀਂ ਝੱਲੀਆਂ, ਉਹਨਾਂ ਦੇ ਬੱਚਿਆਂ ਨੇ ਵੀ ਵਿਚਾਰਿਆਂ ਨੇ ਬਾਅਦ ਦੇ ਵਿੱਚ ਬਹੁਤ ਤਕਲੀਫਾਂ ਝੱਲੀਆਂ। ਜਦੋਂ ਪੁਲਿਸ ਉਹਨਾਂ ਨੂੰ ਚੱਕ ਕੇ ਲੈ ਜਾਂਦੀ ਸੀ ਘਰਾਂ ਦੇ ਵਿੱਚ, ਉਹਨਾਂ ਦੇ ਨਿੱਕੇ ਨਿੱਕੇ ਮਾਸੂਮ ਬੱਚੇ ਜਿਹੜੇ ਉਸੇ ਤਰ੍ਹਾਂ ਹੀ ਭੁੱਖ ਪਿਆਸ ਨਾਲ ਬਿਮਾਰ ਹੋ ਜਿਹੜੇ ਮਰ ਜਾਂਦੇ ਸੀ। ਉਹਨਾਂ ਦਾ ਵੀ ਆਪਣਾ ਕਹਿ ਸਕਦੇ ਹਾਂ ਕਿ ਯੋਗਦਾਨ ਘੱਟ ਨਹੀਂ ਗਾ, ਉਹਨਾਂ ਦੇ ਬੱਚਿਆਂ ਦਾ ਵੀ। ਧਰਤੀ ਹੇਠਲਾ ਬਲਦ, ਇਹ ਬਹੁਤ ਹੀ ਜ਼ਿਆਦਾ ਪ੍ਰਸਿੱਧ ਕਹਾਣੀਆਂ, ਅਤੇ ਤੁਸੀਂ ਇਹ ਦੇਖੋ, ਇਹ ਕਹਾਣੀ ਆਪਣੀ ਪੰਜਾਬੀ ਦੀ ਰੂਸ ਵਰਗੇ ਦੇਸ਼ਾਂ ਵਿੱਚ ਵੀ ਬੱਚਿਆਂ ਨੂੰ ਪੜ੍ਹਾਈ ਜਾਂਦੀ ਹੈ। ਜਰਮਨੀ ਵਰਗੇ ਦੇਸ਼ਾਂ ਵਿੱਚ ਵੀ ਇਹ ਕਹਾਣੀ ਬੱਚਿਆਂ ਨੂੰ ਸਿਲੇਬਸ ਵਿੱਚ ਪੜ੍ਹਾਈ ਜਾਂਦੀ ਹੈ। ਆਪਣੀ ਪੰਜਾਬੀ ਦੀ ਕਹਾਣੀ, ਇੰਨੀ ਪ੍ਰਸਿੱਧ ਕਹਾਣੀ ਆ ਧਰਤੀ ਹੇਠਲਾ ਬਲਦ, ਇਹ ਪੁੱਛੀ ਜਾਵੇਗੀ ਤੁਹਾਨੂੰ, ਠੀਕ ਹੈ। ਕੁਲਵੰਤ ਸਿੰਘ ਵਿਰਕ, ਇੱਕ ਪੈਰ ਘੱਟ ਤੁਰਨਾ, ਅਜੀਤ ਕੌਰ। ਅੱਗੇ ਦੇਖ ਲਵੋ ਬੰਬ ਕੇਸ, ਹਾਸ ਰਸ ਵਾਲੀ ਇਕਾਂਗੀ ਆ ਬਲਵੰਤ ਗਾਰਗੀ ਦੀ। ਬੰਬ ਕੇਸ ਮਤਲਬ ਤਾਂਗੇ ਦੇ ਬੰਬ ਬਣਾਉਂਦਾ ਤੇ ਪੁਲਿਸ ਉਸ ਨੂੰ ਫੜ ਕੇ ਲੈ ਜਾਂਦੀ ਹੈ, ਕਿਤੇ ਅਸਲੀ ਵਾਲੇ ਬੰਬ ਬਣਾਉਂਦਾ। ਨਾਇਕ, ਬਹੁਤ ਹੀ ਉੱਤਮ ਇਕਾਂਗੀ ਆ ਨਾਇਕ, ਬਹੁਤ ਹੀ ਵਧੀਆ ਢੰਗ ਨਾਲ ਖੇਡੀ ਹੋਈ, ਤੁਸੀਂ ਕਦੇ ਦੇਖੀ ਹੋਣੀ ਹੈ ਜੇਕਰ ਤੁਹਾਨੂੰ ਸ਼ੌਂਕ ਹੈ ਨਾਟਕਾਂ ਇਕਾਂਗੀਆਂ ਦਾ, ਮੰਚ ਦਾ। ਗੁਰਸ਼ਰਨ ਸਿੰਘ ਨਾਇਕ। ਸਮੁੰਦਰੋਂ ਪਾਰ, ਕਪੂਰ ਸਿੰਘ ਘੁੰਮਣ, ਇਹ ਯਾਦ ਰੱਖ ਲੈਣਾ, ਮਤਲਬ ਸਮੁੰਦਰੋਂ ਪਾਰ ਲੋਕ ਕੀ ਕਰਨ ਜਾਂਦੇ ਆ? ਘੁੰਮਣ ਜਾਂਦੇ ਆ, ਅਤੇ ਘੁੰਮਣ ਦੀ ਇਹ ਲਿਖੀ ਹੋਈ ਆ। ਸਮੁੰਦਰੋਂ ਪਾਰ ਕਪੂਰ ਸਿੰਘ ਘੁੰਮਣ ਜਾਂਦੇ ਆ ਲੋਕ ਸਮੁੰਦਰੋਂ ਪਾਰ। ਜ਼ਫਰਨਾਮਾ ਦੇਖਣਾ, ਔਰੰਗਜ਼ੇਬ ਕੋਲੇ ਜਦੋਂ ਜ਼ਫਰਨਾਮਾ ਪਹੁੰਚਦਾ ਤਾਂ ਬਹੁਤ ਹੀ ਵਧੀਆ ਜਿਹੜਾ ਇਹ ਔਰੰਗਜ਼ੇਬ ਦੋ ਸਥਿਤੀਆਂ ਦੇ ਵਿੱਚ ਪੇਸ਼ ਹੋਇਆ। ਇਸ ਦੇ ਵਿੱਚ ਮਾਸਟਰ ਕਾਡਰ ਵਾਲਿਆਂ ਨੇ ਯਾਦ ਰੱਖਣਾ, ਦੋ ਤਰ੍ਹਾਂ ਦੀ ਉਹਦੀ ਮਾਨਸਿਕਤਾ ਦਿਖਾਈ ਗਈ ਆ। ਜ਼ਫਰਨਾਮਾ ਜਿਹੜੀ ਇਕਾਂਗੀ ਆ ਹਰਚਰਨ ਸਿੰਘ ਦੀ ਇਕਾਂਗੀ ਆ, ਅਤੇ ਦੂਜਾ ਵਿਆਹ, ਬੱਚੇ ਬੜੇ ਸ਼ੌਂਕ ਨਾਲ ਹੱਸਦੇ ਹੋਏ ਪੜ੍ਹਦੇ ਆ ਇਸ ਨੂੰ। ਦੂਜਾ ਵਿਆਹ ਸੰਤ ਸਿੰਘ ਸੇਖੋਂ ਦੀ ਇਕਾਂਗੀ ਹੈ। ਸਾਹਿਤ ਬੋਧ ਦੇ ਵਿੱਚ ਕੀ ਗੱਲਾਂ ਆਪਾਂ ਯਾਦ ਕਰਨੀਆਂ? ਸਭ ਤੋਂ ਪਹਿਲਾਂ ਤਾਂ ਦੇਖ ਲਵੋ, ਜਿਹੜੀਆਂ ਲਲਿਤ ਕਲਾਵਾਂ ਇਹ 5 ਹੈ, ਠੀਕ ਹੈ। ਫਾਈਨ ਆਰਟ ਕਿਹਾ ਜਾਂਦਾ ਅੰਗਰੇਜ਼ੀ ਦੇ ਵਿੱਚ। ਕੋਮਲ ਕਲਾਵਾਂ ਜਿਹੜੀਆਂ ਸੰਗੀਤ ਕਲਾ, ਨ੍ਰਿਤ ਕਲਾ, ਮੂਰਤੀ ਕਲਾ, ਚਿੱਤਰ ਕਲਾ ਅਤੇ ਸਾਹਿਤ ਕਲਾ, ਯਾਦ ਰਹੇਗਾ।
ਅੱਗੇ ਦੇਖੋ ਫਿਰ ਜਿਹੜਾ ਸੰਸਕ੍ਰਿਤ ਹੈ ਨਾ, ਇਹ ਪੁੱਛਿਆ ਜਾ ਸਕਦਾ। ਜਿਹੜੇ ਆਪਾਂ ਹੁਣ ਕਵਿਤਾ ਅਤੇ ਸਾਹਿਤ ਆ ਇਹਨੂੰ ਅਲੱਗ-ਅਲੱਗ ਦੇਖਦੇ ਹਾਂ। ਸੰਸਕ੍ਰਿਤ ਦੇ ਵਿੱਚ ਜਿਹੜੇ ਪੁਰਾਣੇ ਗ੍ਰੰਥ ਮਿਲਦੇ ਆ ਉੱਥੇ ਕਾਵਿ ਅਤੇ ਸਾਹਿਤ ਦੇ ਵਿੱਚ ਕੋਈ ਫਰਕ ਨਹੀਂ ਕੀਤਾ ਹੋਇਆ, ਇੱਕ ਹੀ ਚੀਜ਼ ਮੰਨੀ ਗਈ ਆ। ਹੁਣ ਆਪਾਂ ਅਲੱਗ-ਅਲੱਗ ਕਰਦੇ ਹਾਂ ਇਹਨਾਂ ਚੀਜ਼ਾਂ ਨੂੰ, ਠੀਕ ਹੈ। ਸਾਹਿਤ ਦੇ ਵਿੱਚ ਬੜਾ ਕੁਛ ਆ ਜਾਂਦਾ ਅਤੇ ਕਵਿਤਾ ਵਿੱਚ ਇਕੱਲੇ ਕਾਵਿ ਵਿੱਚ ਕਵਿਤਾ ਨੂੰ ਹੀ ਰੱਖਦੇ ਆ। ਜਿਹੜਾ ਆਪਣਾ ਭਾਰਤੀ ਸਾਹਿਤ ਹੈ ਨਾ, ਇਹਦੇ ਵਿੱਚ ਜਿਹੜਾ ਸਾਹਿਤ ਦੇ ਇਹ ਗੁਣ ਮੰਨੇ ਗਏ ਆ, ਸਤਿਅਮ ਸ਼ਿਵਮ ਸੁੰਦਰਮ। ਇਹਦਾ ਧਾਰਨੀ ਹੈ ਸਾਡਾ ਪੁਰਾਣਾ ਸਾਹਿਤ ਆ ਜਿਹੜਾ, ਇਹਦੇ ਵਿੱਚ ਸੱਚ ਦਾ ਪ੍ਰਕਾਸ਼ ਹੋਵੇ, ਜੀਵਨ ਦੇ ਲਈ ਕਲਿਆਣਕਾਰੀ ਹੋਵੇ ਇਹ, ਅਤੇ ਸੋਝ ਸੁੰਦਰਤਾ ਦਾ ਅਹਿਸਾਸ ਕਰਾਉਂਦਾ ਹੋਵੇ। ਤਿੰਨ ਚੀਜ਼ਾਂ ਸਾਡੇ ਜਿਹੜਾ ਭਾਰਤੀ ਜਿਹੜੇ ਸੰਸਕ੍ਰਿਤ ਵਿਦਵਾਨ ਆ ਉਹ ਮੰਨਦੇ ਆ। ਅੱਗੇ ਦੇਖੋ ਜਿਹੜਾ ਇਹ ਸਾਹਿਤ ਆ ਨਾ, ਜਿਹੜਾ ਕਾਵਿ ਆ, ਇਹ ਦੋ ਤਰ੍ਹਾਂ ਦਾ ਹੁੰਦਾ। ਕਾਵਿ ਆ ਜਿਹੜੀ ਸੰਸਕ੍ਰਿਤ ਦੇ ਵਿੱਚ ਦੋ ਤਰ੍ਹਾਂ ਦੀ ਹੁੰਦੀ ਹੈ। ਇੱਕ ਤਾਂ ਹੁੰਦੀ ਆ ਦੇਖਣ ਵਾਲੇ ਦ੍ਰਿਸ਼ ਕਾਵਿ, ਅਤੇ ਇੱਕ ਹੁੰਦੇ ਆ ਸੁਣਨ ਵਾਲੇ ਸ਼ਰਵ ਕਾਵਿ। ਜਿਹੜਾ ਸੁਣਨ ਵਾਲਾ ਇਹਦੇ ਵਿੱਚ ਪੜ੍ਹਨ ਵਾਲੇ ਨੂੰ ਵੀ ਸੁਣਨ ਵਾਲੇ ਵਿੱਚ ਹੀ ਆਪਾਂ ਰੱਖਦੇ ਹਾਂ, ਠੀਕ ਹੈ। ਦੇਖ ਨਹੀਂ ਰਹੇ ਹੁੰਦੇ ਆਪਾਂ, ਉੱਥੇ ਪੜ੍ਹ ਰਹੇ ਹੁੰਦੇ ਹਾਂ, ਸੁਣਨ ਵਾਲੇ ਵਿੱਚ ਹੀ ਰੱਖਿਆ ਜਾਂਦਾ। ਜਿਹੜਾ ਦੇਖਣ ਵਾਲਾ ਇਹਦੇ ਵਿੱਚ ਅੱਗੇ ਦੋ ਚੀਜ਼ਾਂ ਨਾਟਕ ਅਤੇ ਇਕਾਂਗੀ, ਇਹ ਆ ਜਾਂਦੇ ਆ ਦ੍ਰਿਸ਼ ਕਾਵਿ ਦੇ ਵਿੱਚ, ਠੀਕ ਹੈ, ਦੇਖਣ ਯੋਗ ਦੇ ਵਿੱਚ। ਅੱਗੇ ਦੇਖੋ ਜਿਹੜਾ ਇਹ ਸ਼ਰਵ ਕਾਵਿ ਹੈ, ਇਹਦੇ ਵਿੱਚ ਅੱਗੇ ਤਿੰਨ ਚੀਜ਼ਾਂ ਨਿਕਲਦੀਆਂ, ਜਿਹਦੇ ਵਿੱਚ ਕਵਿਤਾ ਨਿਕਲਦੀ ਆ, ਸੁਣਨ ਵਾਲੇ ਵਿੱਚ, ਪੜ੍ਹਨ ਵਾਲੇ ਵਿੱਚ, ਅਤੇ ਇੱਕ ਗਲਪ ਨਿਕਲਦਾ ਅਤੇ ਇੱਕ ਵਾਰਤਕ ਨਿਕਲਦੀ ਆ। ਕਵਿਤਾ ਇਹ ਤਾਂ ਇੱਥੇ ਹੀ ਖਤਮ ਹੋ ਜਾਂਦੀ ਹੈ। ਗਲਪ ਦੇ ਵਿੱਚ ਅੱਗੇ ਦੋ ਚੀਜ਼ਾਂ ਨਿਕਲਦੀਆਂ। ਗਲਪਾਂ ਕਿਹੜੀਆਂ? ਉਹ ਹੈਗੀਆਂ ਨਾਵਲ ਵੀ ਗਲਪ ਅਤੇ ਨਿੱਕੀ ਕਹਾਣੀ ਵੀ ਗਲਪ ਹੈ। ਦੇਖੋ ਪੁਰਾਣੇ ਜਿਹੜੇ ਵਿਦਵਾਨ ਆ ਉਹਨਾਂ ਦੇ ਗ੍ਰੰਥਾਂ ਵਿੱਚ ਲਿਖਿਆ ਮਿਲਦਾ, ਜਿਹੜਾ ਗਲਪ ਹੈ ਉਹਦੇ ਵਿੱਚ ਕਹਾਣੀਆਂ ਅਤੇ ਨਾਵਲ ਗਲਪ ਵਿੱਚ ਆ ਜਾਂਦੇ, ਅਤੇ ਵਾਰਤਕ ਵਿੱਚ ਅੱਗੇ ਆ ਜਾਂਦੇ ਆ ਨਿਬੰਧ, ਜੀਵਨੀ, ਸਵੈ ਜੀਵਨੀ ਅਤੇ ਸਫ਼ਰਨਾਮਾ। ਅੱਗੇ ਦੇਖੋ ਇਹ ਅਭਿਆਸ ਦੇ ਪ੍ਰਸ਼ਨ ਜੇਕਰ ਕਰ ਲਵੋ ਪਹਿਲੇ ਪਾਠ ਦੇ ਤਾਂ ਚੰਗੀ ਗੱਲ ਆ। ਲਲਿਤ ਕਲਾਵਾਂ ਕਿਹੜੀਆਂ ਕਿਹੜੀਆਂ ਹਨ, ਸਾਹਿਤ ਦੇ ਤੱਤ ਕਿਹੜੇ ਕਿਹੜੇ ਹਨ, ਕਵਿਤਾ ਦੇ ਤੱਤ ਕਿਹੜੇ ਹਨ, ਰਸ ਕਿਹੜੇ ਕਿਹੜੇ ਹਨ, 9, ਠੀਕ ਹੈ। ਆਹ ਪ੍ਰੋਫੈਸਰ ਮੋਹਨ ਸਿੰਘ ਦੀ ਕਵਿਤਾ, ਠੀਕ ਹੈ। ਇਹਦੇ ਵਿੱਚ ਪ੍ਰਤੀਕ ਹੈ, ਚਿੰਨ੍ਹ ਹੈ। ਦੋ ਟੋਟਿਆਂ ਦੇ ਵਿੱਚ ਭੋ ਟੁੱਟੀ, ਇੱਕ ਮਹਿਲਾਂ ਦਾ ਇੱਕ ਟੋਕਾਂ ਦਾ, ਦੋ ਧੜਿਆਂ ਵਿੱਚ ਖਲਕਤ ਵੰਡੀ, ਇੱਕ ਲੋਕਾਂ ਦਾ ਇੱਕ ਜੋਕਾਂ ਦਾ। ਇੱਥੇ ਜੋਕਾਂ ਨੂੰ ਜਿਹੜੇ ਸਾਡਾ ਖੂਨ ਚੂਸਣ ਵਾਲੇ ਲੋਕ ਆ, ਜੋਕਾਂ ਦਿਖਾ ਕੇ ਉਹ ਚਿੰਨ੍ਹ ਦੇ ਰੂਪ ਵਿੱਚ ਦਿਖਾਏ ਗਏ ਆ। ਇਹ ਪ੍ਰਤੀਕ ਹੁੰਦੇ ਆ, ਠੀਕ ਹੈ, ਚਿੰਨ੍ਹ ਹੁੰਦੇ ਆ। ਜਿੱਥੇ ਕਵੀ ਜਮਾਤੀ ਭਾਵਨਾ ਦੇ ਸ਼ਿਕਾਰ ਹੋਏ ਲੋਕਾਂ ਦੀ ਗੱਲ ਕਰਦਾ ਹੈ, ਹੋਇਆ ਤਿੰਨ ਸ਼ਬਦ ਵਰਤਦਾ ਹੈ, ਮਹਿਲਾਂ, ਟੋਕਾਂ ਅਤੇ ਜੋਕਾਂ। ਇਹ ਤਿੰਨੋਂ ਸ਼ਬਦ ਕਵਿਤਾ ਵਿੱਚ ਪ੍ਰਤੀਕ ਹਨ, ਠੀਕ ਆ। ਅਲੱਗ-ਅਲੱਗ ਲੋਕਾਂ ਦੇ ਲਈ, ਜਿਹੜੇ ਧਨਾੜ ਲੋਕ ਆ ਵੱਡੇ, ਉਹਨਾਂ ਦੇ ਲਈ ਜੋਕਾਂ ਸ਼ਬਦ ਵੰਡਿਆ ਗਿਆ, ਅਤੇ ਉਹਨਾਂ ਦੇ ਜਿੱਥੇ ਰਹਿੰਦੇ ਆ ਉਹਨਾਂ ਨੂੰ ਮਹਿਲਾਂ ਕਿਹਾ ਗਿਆ, ਠੀਕ ਹੈ। ਯਾਦ ਰੱਖਣਾ ਪ੍ਰਤੀਕ ਹੈ ਇਹਦੇ ਵਿੱਚ। ਅੱਗੇ ਸਤਰਾਂ ਯਾਦ ਕਰ ਲਵੋ ਮਾਸਟਰ ਵਾਲੇ। ਧੋਬੀ ਕੱਪੜੇ ਧੋਂਦਿਆਂ ਵੀਰਾ ਹੋਏ ਹੁਸ਼ਿਆਰ, ਪਿਛਲੇ ਪਾਸੇ ਆ ਰਿਹਾ ਮੂੰਹ ਅੱਡੀ ਸੰਸਾਰ। ਭਾਈ ਵੀਰ ਸਿੰਘ ਦੀਆਂ ਜਿਹੜੀਆਂ ਇਹ ਕਵਿਤਾ ਦੀਆਂ ਸਤਰਾਂ, ਠੀਕ ਹੈ। ਇਹਦੇ ਵਿੱਚ ਵੀ ਜਿਹੜਾ ਬਿੰਬ ਹੈ ਪੇਸ਼ ਹੋਇਆ, ਮਗਰਮੱਛ ਆ ਜਿਹੜਾ, ਮੂੰਹ ਅੱਡੀ ਸੰਸਾਰ, ਮਗਰਮੱਛ ਬਿੰਬ ਦੇ ਰੂਪ ਵਿੱਚ ਪੇਸ਼ ਹੋਇਆ। ਅਲੰਕਾਰ ਦਾ ਅਰਥ ETT ਵਾਲੇ ਦੇਖ ਲਵੋ। ਅਲੰਕਾਰ ਆ ਜਿਹੜਾ ਇਹ ਕਿਹਾ ਜਾਂਦਾ ਗਹਿਣਾ। ਜਿਵੇਂ ਇੱਕ ਗਹਿਣਿਆਂ ਦੇ ਨਾਲ ਔਰਤ ਆਪਣੇ ਆਪ ਨੂੰ ਸ਼ਿੰਗਾਰਦੀ ਹੈ, ਉਵੇਂ ਕਵੀ ਆਪਣੀ ਕਵਿਤਾ ਨੂੰ ਗਹਿਣਿਆਂ ਦੇ ਨਾਲ ਸ਼ਿੰਗਾਰਦਾ ਹੈ। ਗਹਿਣਿਆਂ ਦਾ ਕੰਮ ਕਰਦੇ ਆ ਅਲੰਕਾਰ। ਜਿਵੇਂ ਆਹ ਸਤਰਾਂ ਦੇਖੋ, ਪ੍ਰੋਫੈਸਰ ਮੋਹਨ ਸਿੰਘ ਦੀਆਂ ਕਵਿਤਾਵਾਂ। ਬੱਚੇ ਜਿਹਾ ਨਾ ਮੇਵਾ ਡਿੱਠਾ, ਜਿੰਨਾ ਕੱਚਾ ਓਨਾ ਮਿੱਠਾ। ਦੇਖੋ ਬੱਚਾ ਤਾਂ ਸ਼ਬਦ ਠੀਕ ਆ, ਪਰ ਇਹਨੇ ਲਿਖਿਆ ਜਿਹੜਾ ਫਲ ਹੈ ਮਿੱਠਾ ਮੇਵਾ, ਜਿੰਨਾ ਕੱਚਾ ਓਨਾ ਮਿੱਠਾ, ਮਤਲਬ ਹੁੰਦਾ ਨਹੀਂ। ਇਹ ਉਲਟ ਗੱਲ ਲਿਖੀ ਆ ਉਹਨੇ, ਵੀ ਇਹ ਤਾਂ ਹੋ ਨਹੀਂ ਸਕਦਾ ਫਲ ਜਿੰਨਾ ਕੱਚਾ ਹੋਊਗਾ ਓਨਾ ਮਿੱਠਾ ਹੁੰਦਾ, ਨਹੀਂ ਜਿੰਨਾ ਪੱਕਿਆ ਹੋਵੇ ਓਨਾ ਮਿੱਠਾ ਹੁੰਦਾ। ਇਹਦਾ ਮਤਲਬ ਜਿਹੜੀ ਇਹ ਉਲਟ ਗੱਲ ਕੀਤੀ ਹੈ, ਇਹਦੇ ਨਾਲ ਕੀ ਪੈਦਾ ਹੋ ਗਿਆ? ਵਿਰੋਧਾਭਾਸ ਪੈਦਾ ਹੋ ਰਿਹਾ। ਵੈਸੇ ਬੱਚੇ ਦੇ ਮੁਤਾਬਕ ਸਹੀ ਹੈ, ਜਿੰਨਾ ਨਿੱਕਾ ਪਿਆਰਾ ਲੱਗਦਾ ਆਪਾਂ ਨੂੰ, ਪਰ ਜਿਹੜਾ ਫਲ ਦੇ ਰੂਪ ਵਿੱਚ ਆਪਾਂ ਦੇਖ ਰਹੇ ਹਾਂ ਕਿ ਜਿੰਨਾ ਕੱਚਾ ਓਨਾ ਮਿੱਠਾ, ਫਿਰ ਇਹ ਗੱਲ ਹਜ਼ਮ ਨਹੀਂ ਹੁੰਦੀ, ਠੀਕ ਹੈ। ਅਤੇ ਫਿਰ ਇਹਦੇ ਨਾਲ ਸਾਡੇ ਕਿਹੜਾ ਬਣ ਜਾਂਦਾ? ਵਿਰੋਧਾਭਾਸ ਅਲੰਕਾਰ ਬਣ ਜਾਂਦਾ, ਮਾਸਟਰ ਵਾਲਿਆਂ ਨੂੰ ਆ ਸਕਦਾ, ਠੀਕ ਹੈ। ਕਵਿਤਾ ਵਿੱਚ ਰਸਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 9 ਰਸ ਯਾਦ ਰੱਖਣਾ। 9 ਵੈਸੇ ਤਾਂ ਰਸ ਬਹੁਤ ਸਾਰੇ ਆ, ਠੀਕ ਹੈ, ਵੱਖ-ਵੱਖ ਰਸ, ਪਰ ਮੁੱਖ ਰਸ 9 ਹੀ ਮੰਨੇ ਜਾਂਦੇ ਆ ਕਵਿਤਾ ਦੇ ਵਿੱਚ। ਬਾਕੀ ਰਸ ਉਹਨਾਂ ਰਸਾਂ ਦੇ ਵਿੱਚ ਹੀ ਆ ਜਾਂਦੇ ਆ। ਦੇਖ ਲਵੋ ਕਈ ਰਸ ਹੁੰਦੇ ਹਨ, ਪਰ ਆਮ ਤੌਰ 'ਤੇ 9 ਰਸ ਹੀ ਜਿਹੜੇ ਮੁੱਖ ਮੰਨੇ ਜਾਂਦੇ ਆ।
ਸ਼ਿੰਗਾਰ ਰਸ, ਹਾਸ ਰਸ, ਕਰੂਣਾ ਰਸ, ਇਹ ਆਪਾਂ ਦੇਖਦੇ ਹਾਂ। ਕਰੂਣਾ ਰਸ ਦੀ ਵੰਨਗੀ ਦੇਖੋ, ਕਰੂਣਾ ਸਾਡੇ ਮਨ ਦੇ ਵਿੱਚ ਪੈਦਾ ਹੁੰਦੀ ਆ। ਅੱਜ ਆਖਾਂ ਵਾਰਸ਼ਾਂ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰਸ਼ਾਂ ਨੂੰ ਕਹਿਣ ਵੇ ਦਰਦਮੰਦਾਂ ਦਿਆ ਦਰਦੀਆ, ਉੱਠ ਤੱਕ ਆਪਣਾ ਪੰਜਾਬ, ਅੱਜ ਵੇਲੇ ਲਾਸ਼ਾਂ ਵਿਛੀਆਂ ਤੇ ਲਹੂ ਦੀ ਭਰੀ ਜਨਾਬ। ਅੰਮ੍ਰਿਤਾ ਪ੍ਰੀਤਮ ਇਹਨਾਂ ਸਤਰਾਂ ਦੇ ਵਿੱਚ ਹੈ ਕਰੂਣਾ ਰਸ। ਆਹ ਦੇਖ ਲਓ, ਇੱਥੋਂ ਵੀ ਆਪਰੇਸ਼ਨ ਆ ਜਾਣਾ ETT ਵਾਲਿਆਂ ਨੂੰ, ਠੀਕ ਹੈ। ਐਬਟਾਬਾਦ, ਐਬਟਾਬਾਦ ਆ ਜੋ ਇਹ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਅੰਸ਼ ਹੈ। ਐਬਟਾਬਾਦ ਮੁੱਢਲੀ ਪੜ੍ਹਾਈ ਤੇ ਮਿਡਲ ਦੀ ਪੜ੍ਹਾਈ ਇਹ ਪ੍ਰਿੰਸੀਪਲ ਤੇਜਾ ਸਿੰਘ ਆ ਜੋ ਉਹਨਾਂ ਦੀ ਸਵੈ ਜੀਵਨੀ ਦਾ ਅੰਸ਼ ਹੈ, ਠੀਕ ਹੈ। ਮਿਡਲ ਦੀ ਪੜ੍ਹਾਈ ਐਬਟਾਬਾਦ ਬਹੁਤ ਵਾਰ ਪੁੱਛਿਆ ਗਿਆ। ਇਹ ਪ੍ਰੋਫੈਸਰ ਪੂਰਨ ਸਿੰਘ ਦੀ ਸਵੈ ਜੀਵਨੀ ਦਾ ਅੰਸ਼ ਹੈ। ਤੇ ਧੂੜ ਭਰੇ ਰਾਹ ਯਾਦ ਰੱਖੋ, ਠੀਕ ਹੈ। ਧੂੜ ਭਰੇ ਰਾਹ ਹੈ ਪ੍ਰਿੰਸੀਪਲ ਸਾਹਿਬ ਸਿੰਘ, ਬਹੁਤ ਵੱਡਾ ਨਾਮ ਆ ਪ੍ਰਿੰਸੀਪਲ ਸਾਹਿਬ ਸਿੰਘ ਦਾ ਸਾਹਿਤ ਦੇ ਵਿੱਚ, ਠੀਕ ਹੈ। ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਧੂੜ ਭਰੇ ਰਾਹ ਯਾਦ ਰੱਖਣਾ। ਮਨੁੱਖ ਦੇ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਮਹਾਨ ਘਟਨਾ ਹੁੰਦੀ ਹੈ। ਗੁਰਬਖਸ਼ ਸਿੰਘ ਪ੍ਰੀਤ ਲੜੀ, ਠੀਕ ਹੈ। ਪ੍ਰੀਤ ਲੜੀ, ਮਨੁੱਖ ਨਾਲ ਮਨੁੱਖ ਦਾ ਮੇਲ ਜ਼ਿੰਦਗੀ ਦੀ ਬਹੁਤ ਵੱਡੀ ਘਟਨਾ ਹੁੰਦੀ ਹੈ। ਤਖਤ ਜਾਂ ਤਖਤਾ ਮਹਿੰਦਰ ਸਿੰਘ ਰੰਧਾਵਾ, ਤਖਤ ਜਾਂ ਤਖਤਾ ਮਹਿੰਦਰ ਸਿੰਘ ਰੰਧਾਵਾ, ਸਭ ਦਾ ਪਿਆਰਾ ਸ਼ਿੰਬਾ। ਇਹ ਖੁਸ਼ਵੰਤ ਸਿੰਘ ਦੀ ਸਵੈ ਜੀਵਨੀ ਦੇ ਵਿੱਚੋਂ ਅੰਸ਼ ਲਿਆ ਗਿਆ। ਇੱਕ ਕੁੱਤੇ ਦੇ ਨਾਲ ਸੰਬੰਧਿਤ ਆ, ਠੀਕ ਹੈ, ਜ਼ਿਕਰ ਕੀਤਾ ਉਹਨਾਂ ਨੇ ਆਪਣੀ ਸਵੈ ਜੀਵਨੀ ਦੇ ਵਿੱਚ। ਇਹ ਹੈ ਖੁਸ਼ਵੰਤ ਸਿੰਘ। ਮੇਰੇ ਬੱਚੇ ਮੇਰਾ ਮੁਹਾਂਦਰਾ, ਬਲਵੰਤ ਗਾਰਗੀ। ਮੇਰੇ ਬੱਚੇ ਮੇਰਾ ਮੁਹਾਂਦਰਾ, ਬਲਵੰਤ ਗਾਰਗੀ ਦੀ ਜਿਹੜੀ ਸਵੈ ਜੀਵਨੀ ਆ ਨੰਗੀ ਧੁੱਪ, ਉਹਦੇ ਵਿੱਚੋਂ ਇਹ ਸਵੈ ਜੀਵਨੀ ਦਾ ਅੰਸ਼ ਲਿਆ ਗਿਆ। ਮੇਰੇ ਬੱਚੇ ਮੇਰਾ ਮੁਹਾਂਦਰਾ। ਮੇਰੇ ਦਾਰ ਜੀ ਬਹੁਤ ਵਾਰ ਪੁੱਛਿਆ ਗਿਆ। ਅੰਮ੍ਰਿਤਾ ਪ੍ਰੀਤਮ ਦੀ ਸਵੈ ਜੀਵਨੀ ਦਾ ਅੰਸ਼ ਆ ਮੇਰੇ ਦਾਰ ਜੀ। ETT ਵਾਲੇ ਧਿਆਨ ਵਿੱਚ ਰੱਖ ਲੈਣਾ, ਮੇਰੇ ਦਾਰ ਜੀ। ਤੇ ਮੇਰਾ ਨਾਮ ਪਰਬਜੋਤ ਕੌਰ, ਆਪਣੀ ਸੋਚ ਦੇ ਗਹਿਰੇ ਸਾਏ। ਸੁਹਿੰਦਰ ਸਿੰਘ ਵਣਜਾਰਾ ਬੇਦੀ, ਆਪਣੀ ਸੋਚ ਦੇ ਗਹਿਰੇ ਸਾਏ। ਚੰਡੀਗੜ੍ਹ ਵਿੱਚ ਨਿਯੁਕਤੀ, ਇਹ ਯਾਦ ਰੱਖਣਾ ਜਸਵੰਤ ਸਿੰਘ ਨੇਕੀ। ਤੁਹਾਡੀ ਵੀ ਚੰਡੀਗੜ੍ਹ ਹੀ ਨਿਯੁਕਤੀ ਹੋਣੀ, ਉੱਥੇ ਨਿਯੁਕਤੀ ਪੱਤਰ ਮਿਲਣਾ, ਫਿਰ ਆਓਗੇ ਆਪਣੇ, ਠੀਕ ਆ, ਉੱਥੋਂ ਨਿਯੁਕਤੀ ਲੈ ਕੇ ਚੰਡੀਗੜ੍ਹ ਤੋਂ, ਤੇ ਸਰਕਾਰ ਤੁਹਾਡੇ ਉੱਪਰ ਇੱਕ ਨੇਕੀ ਕਰੇਗੀ, ਪਰਉਪਕਾਰ ਕਰੇਗੀ। ਜਸਵੰਤ ਸਿੰਘ ਨੇਕੀ, ਚੰਡੀਗੜ੍ਹ ਵਿੱਚੋਂ ਨਿਯੁਕਤੀ, ਐਂ ਕਰ ਲਵੋ। ਮੁੜਕੇ ਦੀ ਖੁਸ਼ਬੂ, ਇਹ ਨਹੀਂ ਭੁੱਲ ਜਾਣਾ। ਵੱਡੇ ਵੱਡੇ ਜਿਹੜੇ ਕਲਾਕਾਰ ਵੀ ਆ, ਲੇਖਕ ਵੀ ਆ, ਤੁਹਾਨੂੰ ਫੇਸਬੁੱਕ YouTube ਦੇ ਉੱਪਰ ਸਰਦਾਰਾ ਸਿੰਘ ਜੋਹਲ ਦੀ ਸਵੈ ਜੀਵਨੀ ਪੜ੍ਹਦੇ ਮਿਲ ਜਾਣਗੇ। ਉਹਦੇ ਵਿੱਚ ਅੰਸ਼ ਹੈ ਮੁੜਕੇ ਦੀ ਖੁਸ਼ਬੂ, ਸਰਦਾਰਾ ਸਿੰਘ ਜੋਹਲ। ਫਿਲਮਾਂ ਵਿੱਚ ਪ੍ਰਵੇਸ਼ ਦਾਰਾ ਸਿੰਘ, ਆਹ ਯਾਦ ਰੱਖਣਾ। ਅਜੀਤ ਕੌਰ, ਮੇਰੀਆਂ ਧੀਆਂ ਮੇਰੇ ਖੰਭ, ਅਜੀਤ ਕੌਰ। ਪ੍ਰੋਫੈਸਰ ਪੂਰਨ ਸਿੰਘ ਦਾ ਜਨਮ ਦੇਖ ਲਵੋ 1881 ਵਿੱਚ ਹੋਇਆ ਤੇ 1931 ਦੇ ਵਿੱਚ ਇਹਨਾਂ ਦਾ ਦੇਹਾਂਤ ਹੋਇਆ। ਬਾਲੀ ਵੱਡੀ ਵੀ ਉਮਰ ਨਹੀਂ, ਛੋਟੀ ਜੀ ਉਮਰ ਆ, ਠੀਕ ਹੈ। ਪ੍ਰੋਫੈਸਰ ਪੂਰਨ ਸਿੰਘ। ਐਬਟਾਬਾਦ, ਆਪਾਂ ਇਹਨਾਂ ਦੀ ਸਵੈ ਜੀਵਨੀ ਦਾ ਅੰਸ਼ ਵੀ ਦੇਖਿਆ ਹੈ ਨਾ, ਐਬਟਾਬਾਦ। ਤੇ ਇਹਨਾਂ ਦਾ ਜਨਮ ਜ਼ਿਲ੍ਹਾ ਵੀ ਐਬਟਾਬਾਦ ਆ, ਪਾਕਿਸਤਾਨ ਦੇ ਵਿੱਚ। ਇਹਨਾਂ ਦੀਆਂ ਰਚਨਾਵਾਂ ਨਾਲ ਸੰਬੰਧਿਤ ਦੇਖ ਲਵੋ, 3 ਇਹਨਾਂ ਦੀਆਂ ਆਪਾਂ ਨੂੰ ਕਾਵਿ ਰਚਨਾਵਾਂ ਮਿਲਦੀਆਂ। ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਖੁੱਲ੍ਹੇ ਅਸਮਾਨੀ ਰੰਗ, ਠੀਕ ਹੈ। ਇੱਕ ਇਹਨਾਂ ਦੀਆਂ ਰਚਨਾਵਾਂ ਦੂਸਰੀਆਂ ਵੀ ਆ, ਠੀਕ ਹੈ। ਖੁੱਲ੍ਹੇ ਲੇਖ ਆ ਜਿਹੜੇ, ਖੁੱਲ੍ਹੇ ਮੈਦਾਨ, ਖੁੱਲ੍ਹੇ ਘੁੰਡ, ਤੇ ਇਹ ਜਿਹੜਾ ਖੁੱਲ੍ਹੇ ਅਸਮਾਨੀ ਰੰਗ ਇਹਨਾਂ ਦੀ ਦੇਹਾਂਤ ਤੋਂ ਬਾਅਦ ਪ੍ਰਕਾਸ਼ਿਤ ਹੋਇਆ ਸੀ ਇਹ ਵਾਲਾ। ਤੇ ਇਹਨਾਂ ਦੇ ਵੇਖੋ ਇੱਕ ਸ਼ਬਦ ਖੁੱਲ੍ਹੇ 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 ਆ ਰਿਹਾ। ਇਹ ਸਵਾਲ ਬਣ ਜਾਂਦਾ ਕਈ ਵਾਰ ਕਿ ਕਿਹੜਾ ਸ਼ਬਦ ਇਹਨਾਂ ਦੀਆਂ ਕਾਵਿ ਰਚਨਾਵਾਂ ਦੇ ਵਿੱਚ ਆਉਂਦਾ, ਨਾਮਾਂ ਦੇ ਵਿੱਚ ਖੁੱਲ੍ਹੇ ਸ਼ਬਦ ਆਉਂਦਾ, ਠੀਕ ਹੈ। ਇਹਨਾਂ ਨੇ ਅੰਗਰੇਜ਼ੀ, ਹਿੰਦੀ ਅਤੇ ਪੰਜਾਬੀ ਵਿੱਚ ਕਾਫੀ ਰਚਨਾ ਕੀਤੀ ਹੈ। ਅੰਗਰੇਜ਼ੀ ਵਿੱਚ ਇਹਨਾਂ ਨੇ ਜ਼ਿਆਦਾ ਰਚਨਾ ਕੀਤੀ ਆ। ਇਹਨਾਂ ਦੀ ਜਿਹੜੀ ਸਵੈ ਜੀਵਨੀ ਆ, ਠੀਕ ਹੈ, ਜ਼ਿੰਦਗੀ ਦੇ ਰਾਹਾਂ 'ਤੇ, ਆਹ ਹੈ ਔਨ ਪੈਥ ਆਫ ਲਾਈਫ। ਇਹਨੂੰ ਫਿਰ ਗੁਰਬਖਸ਼ ਸਿੰਘ ਨੇ, ਪ੍ਰੀਤ ਲੜੀ ਨੇ ਅੱਗੇ ਅਨੁਵਾਦ ਕੀਤਾ ਸੀ, ਠੀਕ ਹੈ। ਪੂਰਨ ਸਿੰਘ ਦੀ ਜਿਹੜੀ ਸਵੈ ਜੀਵਨੀ ਆ ਜ਼ਿੰਦਗੀ ਦੇ ਰਾਹਾਂ 'ਤੇ, ਗੁਰਬਖਸ਼ ਸਿੰਘ ਪ੍ਰੀਤ ਲੜੀ ਆ ਜਿਹੜੇ ਉਹਨਾਂ ਨੇ ਅਨੁਵਾਦ ਕੀਤਾ ਪੰਜਾਬੀ ਵਿੱਚ। ਅੱਗੇ ਕਵੀ ਆ ਗਏ, ਸੂਫੀ ਕਾਵਿ ਦੇ, ਗੁਰਮਤਿ ਕਾਵਿ ਦੇ। ਪਹਿਚਾਣ ਹੋਵੇ ਤੁਹਾਨੂੰ ਕਿਹੜੇ ਕਵੀ ਬੀਰ ਕਾਵਿ ਦੇ ਆ, ਠੀਕ ਹੈ, ਜਾਂ ਕਿੱਸਾ ਕਾਵਿ ਦੇ ਆ। ਸ਼ਾਹ ਮੁਹੰਮਦ ਆ ਜਿਹੜਾ, ਇਹ ਬੀਰ ਕਾਵਿ ਵਿੱਚ ਆ ਜਾਂਦਾ ਹੈ। ਸ਼ੇਖ ਫਰੀਦ ਜੀ ਬਾਰੇ
ਸਵਾਲ ਕਰ ਲਵੋ। ਸ਼ੇਖ ਫਰੀਦ ਜੀ ਦਾ ਜਨਮ ਜਿਹੜਾ ਹੋਇਆ 1173 ਈਸਵੀ ਦੇ ਵਿੱਚ ਹੋਇਆ ਤੇ 1266 ਦੇ ਵਿੱਚ ਜੋਤੀ ਜੋਤ ਸਮਾਏ ਹੈ। ਸ਼ੇਖ ਫਰੀਦ ਜੀ ਦਾ ਪੂਰਾ ਨਾਮ ਪੁੱਛ ਲਿਆ ਜਾਂਦਾ, ਇਹ ਹੈ ਸ਼ੇਖ ਫਰੀਦ ਉਦ-ਦੀਨ ਮਸਊਦ ਸ਼ਕਰਗੰਜ। ਇਹਨਾਂ ਨੂੰ ਬਾਣੀ ਦੀ ਮਿਠਾਸ ਕਰਕੇ ਸ਼ਕਰਗੰਜ ਆ ਜਿਹੜਾ ਕਿਹਾ ਜਾਂਦਾ। ਇਹਨਾਂ ਦੇ ਬਾਣੀ ਨਾਲ ਸੰਬੰਧਿਤ ਸਵਾਲ ਆ ਜਾਂਦੇ ਆ, ETT ਵਾਲਿਆਂ ਨੇ ਧਿਆਨ ਵਿੱਚ ਰੱਖਣਾ। 112 ਸ਼ਲੋਕ ਆ ਆਪਦੇ ਗੁਰੂ ਗ੍ਰੰਥ ਸਾਹਿਬ ਵਿੱਚ ਤੇ 4 ਸ਼ਬਦ ਆ, ਜਿਨ੍ਹਾਂ ਵਿੱਚੋਂ 2 ਆਸਾ ਰਾਗ ਵਿੱਚ ਆ ਤੇ 2 ਸੋਹੀ ਰਾਗ ਦੇ ਵਿੱਚ ਆ। ਜੇਕਰ ਸਵਾਲ ਇਸ ਤਰ੍ਹਾਂ ਪੁੱਛਿਆ ਗਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸ਼ੇਖ ਫਰੀਦ ਜੀ ਦੇ ਨਾਮ ਹੇਠ ਕਿੰਨੇ ਸ਼ਲੋਕ ਦਰਜ ਹਨ, ਫਿਰ ਆਵੇਗਾ 130 ਸ਼ਲੋਕ ਦਰਜ ਆ। ਜੇਕਰ ਪੁੱਛਿਆ ਗਿਆ ਸ਼ੇਖ ਫਰੀਦ ਜੀ ਦੇ ਕਿੰਨੇ ਸ਼ਲੋਕ ਦਰਜ ਹਨ, ਫਿਰ ਆਵੇਗਾ 112, ਕਿਉਂਕਿ ਜਿਹੜੇ 18 ਸ਼ਲੋਕ ਆ ਉਹ ਸਿੱਖ ਗੁਰੂਆਂ ਦੇ ਸ਼ਲੋਕ ਆ। ਬਾਬਾ ਫਰੀਦ ਜੀ ਦੇ 112 ਸ਼ਲੋਕ ਆ, ਪਰ ਜੋ ਲਿਖਿਆ ਹੋਇਆ ਸ਼ਲੋਕ ਸ਼ੇਖ ਫਰੀਦ ਜੀ ਕੇ ਨੀਚੇ 130 ਸ਼ਲੋਕਾਂ ਦਾ ਵੇਰਵਾ ਮਿਲਦਾ। ਠੀਕ ਹੈ, ਉਹਨਾਂ ਦੇ ਨਾਮ ਹੇਠ ਦਰਜ ਆ, ਪਰ ਉਹਨਾਂ ਵਿੱਚੋਂ 18 ਸ਼ਲੋਕ ਆ ਜਿਹੜੇ ਸਿੱਖ ਗੁਰੂਆਂ ਦੇ ਆ। ਅੱਗੇ ਹੈ ਸ਼ਰੀਅਤ ਦੇ ਵਿੱਚ ਰਹਿਣ ਦੀ ਪ੍ਰੇਰਨਾ ਦਿੰਦੇ ਆ। ਠੀਕ ਹੈ, ਇਹ ਸ਼ਰੀਅਤ ਚੋਂ ਬਾਹਰ ਨਹੀਂ ਜਾਂਦੇ। ਠੀਕ ਹੈ, ਜਿਵੇਂ ਬੁੱਲੇ ਸ਼ਾਹ ਜਾਂਦੇ ਆ ਜਾਂ ਹੋਰ ਜਾਂਦੇ। ਅੱਗੇ ਦੇਖੋ 12 ਸ਼ਲੋਕ ਆਪਾਂ ਨੂੰ ਦਿੱਤੇ ਗਏ ਆ ਸ਼ੇਖ ਫਰੀਦ ਜੀ ਦੇ। ਦਿਲੋਂ ਮੁਹੱਬਤ ਜਿਨ ਸਹੀ ਸੱਚਿਆ, ਅੱਗੇ ਹੈਗੇ ਆ ਸੁਹਾਗ ਘੋੜੀਆਂ। ਇਹਦੇ ਵਿੱਚੋਂ 11ਵੀਂ ਜਮਾਤ ਦੀ ਕਿਤਾਬ ਵਿੱਚ ਜਾਣਕਾਰੀ ਲੈ ਲੈਣਾ। 1 ਨੰਬਰ 'ਤੇ ਸੁਹਾਗ ਹੀ ਸੀ, ਮੈਂ ਪਹਿਲਾ ਪੇਜ ਹੀ ਤੁਹਾਨੂੰ ਕਰਵਾ ਰਿਹਾ ਇਸ ਵੀਡੀਓ ਵਿੱਚ। ਇਸਤਰੀਆਂ ਦੁਆਰਾ ਗਾਏ ਜਾਣ ਵਾਲੇ ਲੋਕ ਗੀਤ ਆ ਤੇ ਇਹ ਕੁੜੀ ਦੇ ਘਰ ਗਾਏ ਜਾਂਦੇ ਆ ਸੁਹਾਗ। ਇਹੀ ਸਵਾਲ ਬਣਦਾ ਇੱਥੇ। ਠੀਕ ਹੈ, ਹੋਰ ਵੀ ਬੜੇ ਆ ਪਰ ਉਹ ਡੂੰਘੇ ਸਵਾਲ ਆ। ਠੀਕ ਹੈ, ਸੁਹਾਗ ਦੇ ਗੀਤਾਂ ਨੂੰ ਕੁੜੀਆਂ ਅਤੇ ਇਸਤਰੀਆਂ ਰਲ ਕੇ ਗਾਉਂਦੀਆਂ ਹਨ। ਠੀਕ ਹੈ, ਲੋੜ ਦੇ ਅਨੁਸਾਰ ਇਹਨਾਂ ਵਿੱਚ ਵਾਕਾਂਸ਼ ਤੇ ਵਾਕਾਂ ਦਾ ਦੁਹਰਾਓ ਹੁੰਦਾ। ਠੀਕ ਹੈ, ਉਪਭਾਸ਼ਾ ਦੇ ਨਾਲ ਜਿਹੜੀ ਸ਼ਬਦਾਵਲੀ ਆ ਬਦਲ ਵੀ ਜਾਂਦੀ ਆ। ਜਿਵੇਂ ਕਿਤੇ ਇਹਨੂੰ ਦਾੜੀ ਬੋਲਣਗੇ, ਕੋਈ ਦਾੜੀ ਬੋਲੇਗਾ, ਦੇਵੀਂ ਬੋਲੇਗਾ, ਕੋਈ ਦਹੀਂ ਬੋਲੇਗਾ। ਠੀਕ ਹੈ, ਮਾਲਵੇ ਵਾਲੇ ਨਿਵਿਆਂ ਬੋਲ ਦੇਣਗੇ, ਮਾਝੇ ਵਾਲੇ ਨਿਵਿਆਂ ਬੋਲ ਦੇਣਗੇ। ਠੀਕ ਹੈ, ਆਹ ਵੇਖੋ ਵੀ ਝਲਕਾਂ ਤੇ ਇਤਿਹਾਸ, ਇਹ ਇਲੈਕਟਿਵ ਹੈ। ਭਾਈ ਵੀਰ ਸਿੰਘ ਦੀਆਂ ਕਵਿਤਾਵਾਂ ਹੈਗੀਆਂ ਪਿੰਜਰੇ ਪਿਆ ਪੰਛੀ ਤੇ ਵੈਰੀ ਨਾਗ ਦਾ ਪਹਿਲਾ ਝਲਕਾ। ਧਨੀ ਰਾਮ ਦੀ ਚਾਤਰਕ ਦੀ ਕਵਿਤਾ ਹੈਗੀ ਹੈ ਗੁਰੂ ਰੂਪ ਗ੍ਰੰਥ ਤੇ ਦੇਸ਼ ਨੂੰ ਅਸੀਸ ਸਾਡੀ ਗਰੀਬਾਂ ਦੀ, ਤੇ ਮਿਲੇ ਮਾਣ ਪੰਜਾਬੀ ਨੂੰ ਫਿਰੋਜ਼ਦੀਨ ਦੀ ਕਵਿਤਾ ਮਿਲੇ ਮਾਣ ਪੰਜਾਬੀ ਨੂੰ। 12ਵਾਂ ਜਿਹੜੀ ਕਵਿਤਾ ਹੈ, ਠੀਕ ਹੈ, ਇਹ ਹੈ 12ਵਾਂ ਅੰਮ੍ਰਿਤਾ ਪ੍ਰੀਤਮ। ਕਿੱਥੇ ਗਈਆਂ ਭੈਣਾਂ ਯਾਦ ਰੱਖਣਾ, ਹਰਭਜਨ ਸਿੰਘ ਦੀ ਕਵਿਤਾ ਕਿੱਥੇ ਗਈਆਂ ਭੈਣਾਂ। ਪ੍ਰਾਹੁਣੀ ਕਵਿਤਾ ਯਾਦ ਰੱਖਣਾ, ਮੀਸਾ ਦੀ ਕਵਿਤਾ। ਇੱਕ ਬੱਚੀ ਜਦੋਂ ਘਰ ਵਿੱਚ ਜਨਮ ਲੈਂਦੀ ਆ ਕੀ ਹਾਲ ਹੁੰਦਾ ਉਸ ਘਰ ਵਿੱਚ, ਮਾਂ ਉੱਪਰ ਕੀ ਬੀਤਦੀ ਹੈ, ਮੀਸਾ ਦੀ ਕਹਾਣੀ ਕਵਿਤਾ ਪ੍ਰਾਹੁਣੀ। ਹਰ ਮੋੜ ਤੇ ਸਲੀਬਾਂ ਜਗਤਾਰ, ਸ਼ਿਵ ਕੁਮਾਰ ਬਟਾਲਵੀ ਆਰਤੀ, ਸ਼ਿਵ ਕੁਮਾਰ ਬਟਾਲਵੀ ਆਰਤੀ ਕਵਿਤਾ। ਸੰਤ ਰਾਮ ਉਦਾਸੀ ਦੀ ਕਵਿਤਾ ਪੁੱਛੀ ਹੀ ਜਾ ਸਕਦੀ ਆ ਤੁਹਾਨੂੰ, ਸੰਤ ਰਾਮ ਉਦਾਸੀ ਕਮੀਆਂ ਦਾ ਵਿਹੜਾ। ਠੀਕ ਹੈ, ਸੁਰਜੀਤ ਪਾਤਰ ਤੁਸੀਂ ਜਾਣਦੇ ਹੋ, ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ। ਅੱਗੇ ਦੇਖੋ ਪਾਸ਼, ਸਭ ਤੋਂ ਖਤਰਨਾਕ, ਇਹ ਕਵਿਤਾ ਹੈ ਪਾਸ਼ ਦੀ, ਇਹ ਵੀ ਤੁਸੀਂ ਜਾਣਦੇ ਹੋ। ਗੁਰਪ੍ਰੀਤ, ਸੁਖਵਿੰਦਰ, ਅੰਮ੍ਰਿਤ, ਮੇਰੀ ਨਹੀਂ ਪੁੱਗਦੀ, ਇਹ ਫੇਸਬੁੱਕ ਉੱਪਰ ਵੀ ਕਾਫੀ ਔਨਲਾਈਨ ਰਹਿੰਦੇ। ਠੀਕ ਹੈ, ਗੁਰਪ੍ਰੀਤ ਹਰੀ ਕੇ ਪੱਤਨ, ਹਰੀ ਕੇ ਪੱਤਨ ਕਵਿਤਾ ਹੈ ਗੁਰਪ੍ਰੀਤ ਦੀ, ਯਾਦ ਰੱਖਣਾ ਵੀ ਹਰੀ ਕੇ ਪੱਤਨ ਵਾਲੀ ETT ਵਾਲੀ। ਅਗਲੇ ਤੇ ਥੋੜ੍ਹਾ ਜਿਹਾ ਧਿਆਨ ਦੇ ਲਵੋ, ਇਹ ਤੋਂ ਫੇਰ ਸਵਾਲ ਆ ਸਕਦਾ ਇੱਕ। ਲਾਲ ਸਿੰਘ ਕਮਲਾ ਅਕਾਲੀ, ਠੀਕ ਹੈ, ਇਹਨਾਂ ਦੇ ਸਫ਼ਰਨਾਮੇ ਵਿੱਚੋਂ ਲਿਆ ਗਿਆ ਲੰਦਨ ਤੇ ਲੰਦਨ ਦੇ ਲੋਕ। ਲਾਲ ਸਿੰਘ ਕਮਲਾ ਅਕਾਲੀ, ਲੰਦਨ ਤੇ ਲੰਦਨ ਦੇ ਲੋਕ। ਡਾਕਟਰ ਹਰਦਿੱਤ ਸਿੰਘ ਢਿੱਲੋਂ, ਅਮਰੀਕਨ ਸੱਭਿਅਤਾ, ਅਮਰੀਕਾ ਦੇ ਨਾਲ ਸੰਬੰਧਿਤ ਇਹਨਾਂ ਦਾ ਜਿਹੜਾ ਸਫ਼ਰਨਾਮਾ। ਪ੍ਰਿੰਸੀਪਲ ਸਰਮੁਖ ਅਮੋਲ, ਜੰਗਲ ਦੇ ਵਸਨੀਕ, ਮਲੇਸ਼ੀਆ ਦਾ ਇਹਨਾਂ ਦਾ ਜਿਹੜਾ ਸਫ਼ਰਨਾਮਾ ਉਹਦੇ ਵਿੱਚੋਂ ਇਹ ਲਿਆ ਗਿਆ। ਲਾਲ ਸਿੰਘ ਕਮਲਾ ਅਕਾਲੀ ਨੇ ਜਿਹੜਾ ਸਫ਼ਰਨਾਮਾ ਲਿਖਿਆ ਉਹ ਇੰਗਲੈਂਡ ਦੇ ਨਾਲ ਸੰਬੰਧਿਤ ਲਿਖਿਆ। ਠੀਕ ਹੈ, ਬਲਰਾਜ ਸਾਹਨੀ ਦੇਖ ਲਵੋ, ਰੱਜੀ ਪੁੱਜੀ ਮਿੱਟੀ, ਪਾਕਿਸਤਾਨ, ਮੇਰਾ ਪਾਕਿਸਤਾਨੀ ਸਫ਼ਰਨਾਮਾ, ਉਹਦੇ ਵਿੱਚੋਂ ਜਿਹੜਾ ਇਹ ਅੰਸ਼ ਲਿਆ ਗਿਆ ਰੱਜੀ ਪੁੱਜੀ ਮਿੱਟੀ। ਬਲਵੰਤ ਗਾਰਗੀ ਦੇਖ ਲਵੋ, ਇਹਨਾਂ ਨੇ ਅਮਰੀਕਾ ਤੋਂ ਜਦੋਂ ਆਏ ਤੇ ਅਮਰੀਕਾ ਦੇ ਉੱਪਰ ਸਫ਼ਰਨਾਮਾ ਲਿਖਿਆ ਸੀ। ਕਲਾਕਾਰਾਂ ਦੀ ਬਸਤੀ ਵਿੱਚ ਇੱਕ ਆਪਾਂ ਨੂੰ ਜਿਹੜਾ ਚੈਪਟਰ ਮਿਲਦਾ ਉਹ ਦਿੱਤਾ ਗਿਆ ਤੁਹਾਨੂੰ, ਕਲਾਕਾਰਾਂ ਦੀ ਬਸਤੀ, ਬਲਵੰਤ ਗਾਰਗੀ ਦੇ ਸਫ਼ਰਨਾਮੇ ਦੇ ਵਿੱਚੋਂ ਜਿਹੜਾ ਇਹ ਅੰਸ਼ ਲਿਆ ਗਿਆ।
ਸੰਤੋਖ ਸਿੰਘ ਧੀਰ ਆ, ਇਹਨਾਂ ਨੇ ਵੀ ਸਫ਼ਰਨਾਮਾ ਲਿਖਿਆ। ਇੰਗਲੈਂਡ ਦੀ ਯਾਤਰਾ ਨਾਲ ਸੰਬੰਧਿਤ ਇਹਨਾਂ ਦਾ ਵਿੱਚ ਮਿਲਦਾ ਇੰਗਲੈਂਡ ਤੇ ਭਾਰਤ, ਉਹਦੇ ਵਿੱਚ ਫਰਕ ਦੱਸਿਆ ਇੰਗਲੈਂਡ 'ਚ ਕਿਵੇਂ ਆ, ਭਾਰਤ ਦੇ ਵਿੱਚ ਕਿਵੇਂ ਆ। ਗੁਰਬਚਨ ਸਿੰਘ ਭੁੱਲਰ ਦੇਖ ਲਵੋ, ਇਹ ਹੈ ਅਤਰਜੀਤ ਕੌਰ ਸੋਰੀ। ਗੁਰਬਚਨ ਭੁੱਲਰ ਅਮਰੀਕਾ ਵਿੱਚ ਸੜਕਾਂ 'ਤੇ ਚੱਲਣ ਦਾ ਸੁਚੱਜ। ਬਲਦੇਵ ਸਿੰਘ ਹੈ। ਬਰਜਿੰਦਰ ਸਿੰਘ ਹਮਦਰਦ ਹੈ, ਇਹ ਦੇਖ ਲੈਣਾ ਬਰਜਿੰਦਰ ਸਿੰਘ ਹਮਦਰਦ। ਲਾਹੌਰ ਸ਼ਹਿਰ ਦੀ ਪਰਿਕਰਮਾ ਨਾ ਜਿਹੜਾ ਬਲਦੇਵ ਸਿੰਘ ਦਾ ਵੀ, ਬਲਦੇਵ ਸਿੰਘ ਦਾ ਪਾਕਿਸਤਾਨੀ ਸਫ਼ਰਨਾਮਾ ਜਿਹੜਾ ਲਾਹੌਰ ਸ਼ਹਿਰ ਦੀ ਪਰਿਕਰਮਾ, ਬਲਦੇਵ ਸਿੰਘ। ਕਾਫੀ ਇਹਨਾਂ ਦੇ ਨਾਵਲ ਪ੍ਰਸਿੱਧ ਮਿਲਦੇ ਆਪਾਂ ਨੂੰ। ਬਰਜਿੰਦਰ ਸਿੰਘ ਹਮਦਰਦ ਜੋ ਇਹਨਾਂ ਨੇ ਅੰਡੇਮਾਨ ਤੇ ਨਿਕੋਬਾਰ ਦੀ ਧਰਤੀ ਜੋ ਆਪਣੇ ਭਾਰਤ ਵਿੱਚ ਹੀ ਹੈ ਉਹਦੇ ਉੱਪਰ ਆਪਣਾ ਸਫ਼ਰਨਾਮਾ ਲਿਖਿਆ। ਅੱਗੇ ਆਹ ਦੇਖ ਲਵੋ ਵੀ, ਠੀਕ ਹੈ, ਮਾਸਟਰ ਕੈਡਰ ਵਾਲੇ ਵੀ ਥੋੜ੍ਹਾ ਜਿਹਾ ਧਿਆਨ ਦੇ ਦੇਵੋ। ਪੰਜਾਬੀ ਸੱਭਿਆਚਾਰ ਲੇਖ ਮਿਲਦਾ ਡਾਕਟਰ ਬਰਿੰਦਰ ਕੌਰ ਦਾ। ਪੰਜਾਬ ਦੇ ਮੇਲੇ ਅਤੇ ਤਿਉਹਾਰ ਯਾਦ ਰੱਖ ਲੈਣਾ, ਵਣਜਾਰਾ ਬੇਦੀ, ਮੇਲੇ ਅਤੇ ਤਿਉਹਾਰ ਵਣਜਾਰਾ ਬੇਦੀ। ਇਹ ਰਸਮ ਰਿਵਾਜ ਆ ਜਿਹੜੇ, ਇਹ ਹੈ ਗੁਲਜ਼ਾਰ ਸੰਧੂ, ਇਹਨੂੰ ਪੜ੍ਹ ਵੀ ਲੈਣਾ। ਇਹਦੇ ਵਿੱਚੋਂ ਤੁਹਾਨੂੰ ਜਿਹੜੇ ਪੰਜਾਬੀ ਸੱਭਿਆਚਾਰ ਦੇ ਸਵਾਲ ਆਉਂਦੇ ਆ ਉਹ ਕਈ ਵਾਰ ਮਿਲ ਜਾਣਗੇ ਵਧੀਆ। ਲੋਕ ਖੇਡਾਂ, ਆ ਦੇਖੋ ਲੋਕ ਖੇਡਾਂ ਵਾਲਾ ਹੈਗਾ ਸੁਖਦੇਵ ਮਾਧਪੁਰੀ। ਅਤੇ ਕਿਰਪਾਲ ਕਜ਼ਾਕ, ਪੰਜਾਬ ਦੇ ਲੋਕ ਕਿੱਤੇ ਅਤੇ ਲੋਕ ਕਲਾਵਾਂ, ਕਿਰਪਾਲ ਕਜ਼ਾਕ। ਲੋਕ ਨਾਚ ਦੀ ਗੱਲ ਕਰੀਏ, ਡਾਕਟਰ ਜੰਗੀਰ ਸਿੰਘ ਨੂਰ, ਜੰਗੀਰ ਸਿੰਘ ਨੂਰ ਪੰਜਾਬ ਦੇ ਲੋਕ ਨਾਚ। ਪੰਜਾਬ ਦੀਆਂ ਲੋਕ ਨਕਲਾਂ, ਪਿਆਰਾ ਸਿੰਘ ਖੁੰਡਾ, ਖੁੰਡਾ 'ਤੇ ਬਹਿ ਕੇ ਅੱਗੇ ਨਕਲਾਂ ਦੇਖਦੇ ਸੀ ਲੋਕ, ਪਿਆਰਾ ਸਿੰਘ ਖੁੰਡਾ ਲੋਕ ਨਕਲਾਂ, ਕਿਉਂਕਿ ਖੁੰਡਾ 'ਤੇ ਬੈਠ ਕੇ ਲੋਕ ਨਕਲਾਂ ਦੇਖਦੇ ਆ ਵੀ। ਇਸ ਤੋਂ ਬਾਅਦ ਭਾਈ ਵੀਰ ਸਿੰਘ ਦੀ ਕਵਿਤਾ ਤੁਸੀਂ ਯਾਦ ਕਰ ਚੁੱਕੇ ਹੋ। ਟੁਕੜੀ ਜੱਗ ਤੋਂ ਨਿਆਰੀ, ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪ੍ਰੋਫੈਸਰ ਪੂਰਨ ਸਿੰਘ। ਵਗਦੇ ਪਾਣੀ ਦੀਵਾਨ ਸਿੰਘ ਦੀ ਕਵਿਤਾ। ਤਾਜ ਮਹਿਲ ਯਾਦ ਰੱਖ ਲੈਣਾ, ਪ੍ਰੋਫੈਸਰ ਮੋਹਨ ਸਿੰਘ ਦੀ ਆ। ਚੁੰਮ ਚੁੰਮ ਰੱਖੋ ਕਲਗੀ ਝੁਝਾਰ ਦੀ, ਨੰਦ ਲਾਲ ਨੂਰਪੁਰੀ ਦਾ ਗੀਤ ਹੈ। ਅਤੇ ਅੱਗੇ ਹੈ ਵਾਰਸ਼ਾ ਅੰਮ੍ਰਿਤਾ ਪ੍ਰੀਤਮ ਦੀ ਕਵਿਤਾ ਮੇਰਾ ਬਚਪਨ ਗੀਤ। ਅਤੇ ਐਵੇਂ ਬੁੱਤਾਂ 'ਤੇ ਨਾ ਡੋਲੀ ਜਾ ਪਾਣੀ, ਬਹੁਤ ਹੀ ਵਧੀਆ ਕਵਿਤਾ ਸੁਰਜੀਤ ਪਾਤਰ ਦੀ ਹੈ। ਕਹਾਣੀਆਂ ਦੇਖ ਲਵੋ, ਜੇਕਰ ਕੋਈ ਆਈ ਤਾਂ ਇੱਥੋਂ ਆ ਜਾਵੇਗੀ। ਸਾਂਝ ਕਹਾਣੀ ਸੁਜਾਨ ਸਿੰਘ ਦੀ ਹੈ। ਨੀਲੀ ਕਹਾਣੀ ਕਰਤਾਰ ਸਿੰਘ ਦੁੱਗਲ ਦੀ ਕਹਾਣੀ ਹੈ, ਨੀਲੀ ਕਹਾਣੀ, ਠੀਕ ਆ। ਪਸ਼ੂਆਂ ਦੀ ਜਿਹੜਾ ਇਹਦੇ ਵਿੱਚ ਮਨੋ ਵਿਸ਼ਲੇਸ਼ਣ ਕੀਤਾ ਇਹਨਾਂ ਨੇ। ਨੀਲੀ ਕਹਾਣੀ ਦੇ ਵਿੱਚ ਆਪਣਾ ਦੇਸ਼ ਕਹਾਣੀ ਹੈ ਸੰਤੋਖ ਸਿੰਘ ਧੀਰ। ਮਾੜਾ ਬੰਦਾ ਪ੍ਰੇਮ ਪ੍ਰਕਾਸ਼ ਦੀ ਕਹਾਣੀ ਹੈ, ਮਾੜਾ ਬੰਦਾ। ਪ੍ਰੇਮ ਪ੍ਰਕਾਸ਼ ਬਹੁਤ ਘੱਟ ਆਪਾਂ ਨੂੰ ਸਿਲੇਬਸ ਵਿੱਚ ਮਿਲਦੇ ਆ ਪੰਜਾਬੀ ਦੇ ਵਿੱਚ, ਇਹ ਯਾਦ ਰੱਖ ਲੈਣਾ ਮਾੜਾ ਬੰਦਾ। ਘਰ ਜਾ ਆਪਣੇ ਗੁਲਜ਼ਾਰ ਸੰਧੂ। ਸਤੀਆ ਸਈ ਕਹਾਣੀ ਹੈ, ਇਹ ਹੈ ਦਲੀਪ ਕੋਟੇਵਾਣਾ ਦੀ, ਠੀਕ ਹੈ। ਬਸ ਇੰਨੇ ਕੀ ਪੇਜ ਸੀ, ਪਹਿਲੇ ਪੇਜ। ਇਹਦੇ ਵਿੱਚੋਂ 4-5 ਸਵਾਲ ਜ਼ਰੂਰ ਆ ਸਕਦੇ ਆ ਤੁਹਾਨੂੰ, ਜੇਕਰ ਪਿਛਲੇ ਪੇਪਰਾਂ ਦੀ ਤਰ੍ਹਾਂ ਹੀ ਪੇਪਰ ਆਇਆ, ਠੀਕ ਹੈ। HT ਵਾਲਾ CHT ਵਾਲਾ। ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਅਗਲੀ ਵੀਡੀਓ ਆਪਾਂ ਬਣਾਵਾਂਗੇ ਤੁਹਾਡੀ ਪੋਲੀਟੀਕਲ ਦੇ ਉੱਪਰ, ਠੀਕ ਹੈ, ਫਿਰ ਪੰਜਾਬ ਦੇ ਇਤਿਹਾਸ ਉੱਪਰ।